ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੇ ਅਨਹੋਤ ਹੋਤ ਕੋ ਹੇਰੋ, ਉਚਿਤ ਸਚ ਬੋ ਲਖੋ ਬਡੇਰੋ। ਇਹ ਤੋ ਸਦਾ ਹੋਤ ਹੀ ਆਈ, ਕਰੋ ਵਿਚਾਰਨ ਥਿਰ ਕਹਿ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਗੁਰੂ ਚਰਨਾਂ 'ਚ ਬੈਠੇ ਹੋ। ਅੰਮ੍ਰਿਤਮਈ ਗੁਰੂ ਕੀ ਬਾਣੀ ਦੇ ਪਾਠ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਅੰਤਮ ਉਪਦੇਸ਼, ਜੋ ਮਹਾਰਾਜ ਨੇ ਆਪਣੇ ਪਰਿਵਾਰ ਨੂੰ, ਆਪਣੇ ਬੱਚਿਆਂ ਨੂੰ, ਆਪਣੇ ਸਿੱਖਾਂ ਨੂੰ ਵੀ ਦਿੱਤਾ ਹੈ ਕਿ ਅਕਾਲ ਪੁਰਖ ਦਾ ਭਾਣਾ ਮੰਨਣਾ ਹੈ। ਸਾਡੇ ਤੋਂ ਪਿੱਛੇ ਕਿਸੇ ਨੇ ਰੋਣਾ ਨਹੀਂ। ਮਤ ਮੈਂ ਪਿੱਛੇ ਕੋਈ ਰੋਬ ਸੀ, ਸੋ ਮੈਂ ਮੂਲ ਨਾ ਪਾਇਆ। ਗੁਰੂ ਹਰਗੋਬਿੰਦ ਸਾਹਿਬ ਜੀ ਕਿਸ ਤਰ੍ਹਾਂ ਉਪਦੇਸ਼ ਦੇ ਰਹੇ ਨੇ, ਗੁਰੂ ਹਰਿਰਾਏ ਸਾਹਿਬ ਜੀ ਨੂੰ ਵੀ ਉਪਦੇਸ਼ ਦਿੱਤਾ ਹੈ। ਆਓ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ 'ਚ ਸੁਰਤੀ ਜੋੜੀਏ, ਕਥਾ ਦਾ ਆਨੰਦ ਮਾਣੀਏ, ਪਿਆਰ ਸਹਿਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੇ ਅਨਹੋਤ ਹੋਤ ਕੋ ਹੇਰੋ। ਮਹਾਰਾਜ ਕਹਿੰਦੇ ਭਾਈ, ਜੇ ਕੋਈ ਅਣਹੋਣੀ ਹੋਵੇ ਨਾ, ਯਾਨੀ ਜਿਹੜੀ ਚੀਜ਼ ਹੋ ਨਹੀਂ ਸਕਦੀ ਤੇ ਉਹ ਹੋ ਜਾਵੇ, ਉਚਿਤ ਸਚ ਬੋ ਲਖੋ ਬਡੇਰੋ। ਉਹਦੀ ਚਿੰਤਾ ਕਰਨੀ ਚਾਹੀਦੀ ਹੈ। ਚਿੰਤਾ ਤਾਂ ਕੀ ਕੀਜੀ ਹੈ, ਜੋ ਅਣਹੋਣੀ ਹੋਏ। ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਜੋ ਇਹ ਸੰਸਾਰ 'ਚ ਆਇਆ ਹੈ, ਉਹਨੂੰ ਜਾਣਾ ਤਾਂ ਪੈਣਾ ਹੀ ਹੈ। ਭਾਵੇਂ ਕੋਈ 2 ਦਿਨ ਪਹਿਲੇ ਚਲਾ ਜਾਵੇ, 2 ਦਿਨ ਬਾਅਦ ਵਿੱਚ ਚਲਾ ਜਾਵੇ, ਵਾਰੀ ਆਪੋ ਆਪਣੀ, ਜਾਣਾ ਸਭ ਨੇ ਹੈ। ਹਾਂਜੀ, ਇਹ ਤਾਂ ਸਦਾ ਹੋਤ ਹੀ ਆਈ। ਮਹਾਰਾਜ ਕਹਿੰਦੇ ਇਹ ਤਾਂ ਸਦਾ ਤੋਂ, ਜੁਗਾਂ ਜੁਗਾਂਤਰਾਂ ਤੋਂ ਹੁੰਦੀ ਆ ਰਹੀ ਹੈ। ਲੱਖਾਂ ਕਰੋੜਾਂ ਸਾਲ ਤੋਂ ਜਦੋਂ ਦੀ ਮਹਾਰਾਜ ਪਰਮੇਸ਼ਰ ਨੇ ਸ੍ਰਿਸ਼ਟੀ ਸਾਜੀ ਹੈ, ਇਹ ਸੰਸਾਰ ਦੇ ਵਿੱਚ ਇਹ ਮਰਜ਼ਾਦਾ ਲਗਾਤਾਰ ਨਿਰੰਤਰ ਜਾਰੀ ਹੈ। ਕਰੋ ਵਿਚਾਰਨ ਥਿਰ ਕਹਿ ਪਾਈ। ਹਾਂ, ਵਿਚਾਰ ਕੇ ਦੇਖੋ ਬਈ ਕੋਈ ਰਿਹਾ ਹੈ। ਰਾਮ ਗਇਓ ਰਾਵਣ ਗਇਓ, ਜਾਂ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਇਸ ਦੁਨੀਆ 'ਤੇ ਸਦਾ ਕੋਈ ਵੀ ਨਹੀਂ ਰਿਹਾ, ਨਾ ਕਿਸੇ ਨੇ ਰਹਿਣਾ ਹੈ। ਜੋ ਆਇਆ ਸੋ ਚਲਸੀ, ਸਭ ਕੋਈ ਆਈ ਵਾਰੀ ਹੈ। ਵਾਰੀ ਆਪੋ ਆਪਣੀ, ਕੋਈ ਨਾ ਬੰਧੈ ਧੀਰ। ਹਾਂਜੀ, ਮਹਾ ਸਮਰੱਥ ਬੁੱਧ ਬਲ ਕੇਰੇ। ਜਿਹੜੇ ਬੜੇ ਬਲੀ ਸਨ, ਸਮਰੱਥਾ ਦੇ ਵਾਲੇ ਸਨ, ਬਲੀ ਸਨ, ਬਲ ਕਰਕੇ, ਬੁੱਧੀ ਕਰਕੇ ਸਮਰੱਥ ਸਨ। ਥੇਰੇ ਉਹਨਾਂ ਜਗ ਕੋ ਭਏ ਕਨੇਰੇ। ਉਹ ਬੜੇ ਬੜੇ ਬਲੀ ਯੋਧੇ, ਮਹਾ ਬਲੀ ਸੂਰਮੇ ਅਵਤਾਰ, ਰਿਸ਼ੀ ਮੁਨੀ ਸਭ ਇਸ ਦੁਨੀਆ ਤੋਂ ਚਲੇ ਗਏ। ਏਕ ਸ਼ਿਵ ਪਏ, ਏਕ ਗਏ, ਏਕ ਫੇਰ ਪਏ। ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਇੱਕ ਸ਼ਿਵ ਹੋਏ, ਇੱਕ ਚਲੇ ਗਏ, ਇੱਕ ਹੋਰ ਹੋਏ, ਉਹ ਵੀ ਚਲੇ ਗਏ। ਰਾਮਚੰਦਰ ਜੀ ਔਰ ਕ੍ਰਿਸ਼ਨ ਦੇ ਵੀ ਕਈ ਵਾਰ ਅਵਤਾਰ ਹੋ ਚੁੱਕੇ। ਕਈ ਵਾਰ ਇਹ ਸੰਸਾਰ ਬਣ ਚੁੱਕਾ ਹੈ, ਕਈ ਵਾਰ ਇਹ ਸੰਸਾਰ ਬਿਨਸ ਚੁੱਕਾ ਹੈ। ਜਾਂ ਤੇ ਕਹੋ ਸੋ ਨਿਜ ਨਿਜ ਕਾਂਖਾ। ਇਸ ਕਰਕੇ ਤੁਸੀਂ ਸਾਰੇ ਜਿੰਨੇ ਵੀ ਬੈਠੇ ਹੋ, ਆਪਣੇ ਮਨ ਦੀ ਕੋਈ ਇੱਛਾ ਹੈ, ਕੋਈ ਤੁਹਾਡੇ ਮਨ ਵਿੱਚ ਸਵਾਲ ਹੈ ਤਾਂ ਕਹਿ ਦਿਓ। ਅੰਤ ਸਮਾਹਮ ਆਪਣੋ ਭਾਖਾ। ਅਸੀਂ ਆਪਣੇ ਅਖੀਰਲੇ ਸਮੇਂ ਦਾ ਬਚਨ ਤੁਹਾਨੂੰ ਕਹਿ ਰਹੇ ਹਾਂ। ਸਾਡੇ ਹੁਣ ਸਰੀਰ ਦਾ ਅੰਤ ਸਮਾਂ ਨੇੜੇ ਆ ਗਿਆ ਹੈ। ਜਿਹਨੇ ਵੀ ਭਾਈ ਕੋਈ ਗੱਲ ਪੁੱਛਣੀ ਹੈ, ਕੋਈ ਸਵਾਲ ਕਰਨਾ ਹੈ, ਉਹ ਕਰ ਲਵੋ। ਸ਼੍ਰੀ ਹਰਿਰਾਏ ਸੰਗ ਪੁਨ ਕਹਿਓ। ਫਿਰ ਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਨੇ ਆਪਣੇ ਪੋਤਰੇ ਗੁਰੂ ਹਰਿਰਾਏ ਸਾਹਿਬ ਜੀ ਨੂੰ ਕਿਹਾ, ਜਥਾ ਜੋਗ ਕਰਬੋ ਜਿਮ ਲਹਿਓ। ਕਹਿਣ ਲੱਗੇ, ਜਿਵੇਂ ਤੁਸੀਂ ਦੇਖਿਆ ਹੈ ਨਾ, ਗੁਰੂ ਘਰ ਦੀ ਮਰਜ਼ਾਦਾ ਵੇਖੀ ਹੈ, ਇਸੇ ਤਰ੍ਹਾਂ ਹੀ ਕਰਨੀ ਹੈ। ਗੁਰੂ ਘਰ ਦੀ ਰੀਤੀ ਨੂੰ, ਗੁਰੂ ਘਰ ਦੀ ਮਰਜ਼ਾਦਾ ਨੂੰ ਕਾਇਮ ਰੱਖਣਾ ਹੈ। ਸੋ ਤੁਮ ਕਰੋ ਸਦਾ ਉਪਦੇਸ਼। ਉਹ ਤੁਸੀਂ ਉਪਦੇਸ਼ ਜਿਹੜਾ ਗੁਰੂ ਘਰ ਦਾ ਹੈ, ਨਾਮ ਜਪਣ ਦਾ, ਸਿਮਰਨ ਕਰਨ ਦਾ, ਉਹ ਜਗਿਆਸੂਆਂ ਦੀ ਅਵਸਥਾ ਦੇ ਮੁਤਾਬਕ ਜੋ ਕਰਮ ਦਾ ਅਧਿਕਾਰੀ ਆ, ਉਹਨੂੰ ਸੇਵਾ ਚਲਾਉਣਾ ਹੈ।
ਜਿਹੜਾ ਉਪਾਸਨਾ ਦਾ ਅਧਿਕਾਰੀ ਹੈ ਉਹਨੂੰ ਕੀਰਤਨ ਤੇ ਕਥਾ ਨਾਲ ਜੋੜਨਾ ਹੈ, ਨਾਮ ਜਪਾਣਾ ਹੈ। ਜਿਹੜਾ ਗਿਆਨ ਦਾ ਅਧਿਕਾਰੀ ਹੈ ਉਹਨੂੰ ਬ੍ਰਹਮ ਗਿਆਨ ਦੀ ਦਾਤ ਦੇਣੀ ਹੈ। ਜੈਸਾ ਜੈਸਾ ਸਿੱਖਾਂ ਦਾ ਅਧਿਕਾਰ ਵੇਖਣਾ ਹੈ, ਵੈਸਾ ਵੈਸਾ ਉਹਨਾਂ ਨੂੰ ਗਿਆਨ ਬਖਸ਼ਿਸ਼ ਕਰਨੀ ਹੈ। ਕਾਟਹੁ ਸਿੱਖਿਅਨ ਕੇਰ ਕਲੇਸ਼, ਸਿੱਖਾਂ ਦੇ ਦੁੱਖ ਕਲੇਸ਼ ਕੱਟਣੇ ਹਨ, ਕਿਉਂਕਿ ਸਾਰੇ ਮਰੀਜ਼ ਡਾਕਟਰ ਦੀ ਦੁਕਾਨ ਤੇ ਆਉਂਦੇ ਨੇ, ਬਿਮਾਰੀ ਇੱਕ ਨਹੀਂ ਹੁੰਦੀ, ਵੱਖਰੀ ਵੱਖਰੀਆਂ ਬਿਰਤੀਆਂ ਹੁੰਦੀਆਂ ਨੇ, ਵੱਖਰੀ ਵੱਖਰੀ ਅਵਸਥਾ ਹੁੰਦੀ ਹੈ। ਤਿੰਨਾਂ ਗੁਣਾਂ ਦੀਆਂ ਤਿੰਨ ਹੀ ਅਵਸਥਾ ਨੇ ਸਾਧ ਸੰਗਤ ਜੀ। ਇੱਕ ਤਾਂ ਅਵਸਥਾ ਹੈ ਆਮ ਸਧਾਰਨ ਜੀਵ ਦੀ, ਜਿਹਨੂੰ ਕੋਈ ਪਤਾ ਨਹੀਂ, ਉਹ ਕਰਮ ਕਾਂਡ ਕਰ ਸਕਦਾ। ਉਹਦੇ ਵਾਸਤੇ ਇਹ ਹੈ ਵੀ ਤੂੰ ਗੁਰੂ ਘਰ 'ਚ ਸੇਵਾ ਕਰ, ਜੂਠੇ ਭਾਂਡੇ ਮਾਂਜ, ਝਾੜੂ ਫੇਰ, ਆਪਣੇ ਮਨ ਦੀ ਸ਼ੁੱਧੀ ਵਾਸਤੇ, ਮਨ ਦੇ ਪਾਪਾਂ ਨੂੰ ਕੱਟਣ ਵਾਸਤੇ ਸੇਵਾ ਦਾ ਬਹੁਤ ਵੱਡਾ ਮਹੱਤਮ ਹੈ। ਜਿਹਦਾ ਅੰਤःਕਰਨ ਤਾਂ ਨਿਰਮਲ ਹੈ ਪਰ ਟਿਕਿਆ ਹੋਇਆ ਨਹੀਂ, ਉਸ ਨੂੰ ਕਹੀਦਾ ਹੈ ਵੀ ਜੇ ਮਨ ਟਿਕਾਣਾ ਹੈ ਤਾਂ ਭਜਨ ਕਰ, ਕੀਰਤਨ ਸੁਣ, ਕਥਾ ਸੁਣ, ਬਾਣੀ ਪੜ੍ਹ, ਭਗਤੀ ਕਰ ਪਰਮੇਸ਼ਰ ਦੀ, ਉਹਦਾ ਮਨ ਟਿਕ ਜਾਂਦਾ ਹੈ। ਜਦੋਂ ਕਿਸੇ ਦਾ ਮਨ ਟਿਕ ਜਾਂਦਾ ਹੈ ਫਿਰ ਉਹਦੇ ਅੱਗੇ ਸਵਾਲ ਉੱਠਦਾ, ਮੈਂ ਕੌਣ ਹਾਂ, ਮੈਂ ਕਿੱਥੋਂ ਆਇਆ ਹਾਂ, ਮੈਂ ਕਿੱਥੇ ਜਾਣਾ ਹੈ, ਇਹ ਸੰਸਾਰ ਕੀ ਹੈ, ਇਹ ਸੰਸਾਰ ਵਿੱਚ ਜੀਵ ਜੰਮਦਾ ਕਿਉਂ ਹੈ, ਮਰਦਾ ਕਿਉਂ ਹੈ, ਇਹ ਸਾਰੀ ਖੇਡ ਕੀ ਹੈ। ਜਦੋਂ ਇਸ ਨੂੰ ਜਾਣਨਾ ਚਾਹੁੰਦਾ ਹੈ ਫਿਰ ਗੁਰੂ ਦੇ ਕੋਲ ਜਾਂਦਾ। ਗੁਰੂ ਫਿਰ ਉਸ ਨੂੰ ਆਤਮ ਗਿਆਨ ਕਰਾਉਂਦਾ ਹੈ, ਜਿਸ ਗਿਆਨ ਨੂੰ ਪ੍ਰਾਪਤ ਕਰਕੇ ਹੋਰ ਕਿਸੇ ਗਿਆਨ ਦੀ ਆਵਸ਼ਕਤਾ ਨਹੀਂ ਰਹਿੰਦੀ। ਸੋ ਮਹਾਰਾਜ ਸਾਹਿਬ 6ਵੇਂ ਪਾਤਸ਼ਾਹ ਜੀ ਕਹਿੰਦੇ ਹੈ ਕਿ ਤੁਸੀਂ ਸਿੱਖਾਂ ਦੀ ਅਵਸਥਾ ਦੇਖਣੀ ਹੈ। ਜਿਹੋ ਜਿਹੀ ਅਵਸਥਾ ਦਾ ਕੋਈ ਅਧਿਕਾਰੀ ਹੈ, ਉਹੋ ਜਿਹਾ ਉਹਨੂੰ ਗਿਆਨ, ਉਹੋ ਜਿਹੀ ਉਹਨੂੰ ਸਾਧਨਾ ਦੱਸਣੀ ਹੈ। ਹਮ ਸਮ ਜਾਗਹੁ ਪਾਛਲ ਰਾਤੀ, ਸਭ ਤੋਂ ਵੱਡੀ ਗੱਲ ਹੈ ਅਸੀਂ ਜਿਵੇਂ ਸਵਾ ਪਹਿਰ ਰਾਤ ਜਾਗਣ ਦਾ ਨਿਯਮ ਨਿਭਾਇਆ ਹੈ, ਸਾਡੇ ਤਰ੍ਹਾਂ ਪਿਛਲੀ ਰਾਤ ਉੱਠ ਕੇ ਇਸ਼ਨਾਨ ਰੋਜ਼ ਕਰਨਾ ਹੈ। ਫਰੀਦਾ ਪਿਛਲ ਰਾਤ ਨਾ ਜਾਗਿਓ, ਜੀਉਂਦੜੋ ਮੋਇਓ ਇਹ। ਜੇ ਅੰਮ੍ਰਿਤ ਵੇਲੇ ਨਹੀਂ ਉੱਠਿਆ, ਜਿਉਂਦਾ ਹੀ ਮਰਿਆ ਹੋਇਆ। ਅੰਮ੍ਰਿਤ ਵੇਲੇ ਜ਼ਰੂਰੀ ਹੈ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਮਹਾਰਾਜ ਕਹਿੰਦੇ ਜਿਵੇਂ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਹਾਂ, ਸਵਾ ਪਹਿਰ ਰਾਤ ਰਹਿੰਦੀ ਉੱਠ ਕੇ ਇਸ਼ਨਾਨ ਗੁਰੂ ਸਾਹਿਬ ਕਰਿਆ ਕਰਦੇ ਸਨ। ਮਹਾਰਾਜ ਕਹਿੰਦੇ ਤੁਸੀਂ ਵੀ ਸਾਡੇ ਤਰ੍ਹਾਂ ਅੰਮ੍ਰਿਤ ਵੇਲੇ ਜਾਗਣਾ ਹੈ। ਸੋਚ ਇਸ਼ਨਾਨ ਕਰਹੁ ਤਿਸ ਭਾਂਤੀ, ਜਿਵੇਂ ਅਸੀਂ ਸੋਚ ਇਸ਼ਨਾਨ ਕਰਦੇ ਸੀ, ਅੰਮ੍ਰਿਤ ਵੇਲੇ ਦੀ ਸਾਰੀ ਕਿਰਿਆ, ਪਹਿਲਾਂ ਜੰਗਲ ਪਾਣੀ ਜਾਣਾ, ਦਾਤਣ ਕਰਨੀ, ਫਿਰ ਇਸ਼ਨਾਨ ਕਰਨਾ, ਸਰੀਰ ਦੀ ਸ਼ੁੱਧੀ ਵਾਸਤੇ ਬਹੁਤ ਜ਼ਰੂਰੀ ਹੈ। ਸੋ ਪਹਿਲਾਂ ਉੱਠ ਕੇ ਇਸ਼ਨਾਨ ਕਰੋ, ਆਤਮ ਗਿਆਨ ਹਿਰਦੈ ਮਹਿ ਰਾਖਨ, ਤੇ ਆਪਣੇ ਧਿਆਨ ਨੂੰ ਆਤਮ ਸਰੂਪ ਵਿੱਚ ਟਿਕਾਣਾ ਹੈ। ਆਤਮ ਗਿਆਨ ਹਿਰਦੇ ਮੈਂ ਰਾਖਣ, ਹਿਰਦੇ ਵਿੱਚ ਸਮਝਣਾ ਹੈ ਮੈਂ ਉਸ ਬ੍ਰਹਮ ਦੀ ਅੰਸ਼ ਹਾਂ, ਉਹ ਬ੍ਰਹਮ ਰੂਪ ਹੀ ਹਾਂ, ਜਿਹਦੇ ਵਿੱਚ ਬ੍ਰਹਮ ਵਿੱਚ ਤੇ ਆਤਮਾ 'ਚ ਕੋਈ ਫਰਕ ਨਹੀਂ। ਤੋਈ ਮੋਈ ਮੋਈ ਤੋਈ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਮੈਂ ਉਸੇ ਬ੍ਰਹਮ ਦੀ ਅੰਸ਼ ਹਾਂ, ਮੈਂ ਉਸੇ ਸਾਗਰ ਦੀ ਬੂੰਦ ਹਾਂ, ਮੈਂ ਉਸੇ ਸਾਗਰ ਦੀ ਲਹਿਰ ਹਾਂ, ਜਲ ਰੂਪ ਹੀ ਹਾਂ ਮੈਂ, ਬ੍ਰਹਮ ਰੂਪ ਹੀ ਹਾਂ ਮੈਂ। ਇਸ ਤਰ੍ਹਾਂ ਦਾ ਅਭਿਆਸ ਆਪਣੇ ਮਨ ਵਿੱਚ, ਆਪਣੇ ਅੰਤःਕਰਣ ਵਿੱਚ, ਆਪਣੀ ਸੁਰਤ ਵਿੱਚ ਕਰਨਾ ਹੈ। ਭਗਤ ਉਪਾਸਨ ਕੀ ਜਹ ਭਾਖਨ, ਪਰ ਰਸਨਾ ਤੋਂ ਨਹੀਂ ਕਹਿਣਾ ਕਿ ਮੈਂ ਬ੍ਰਹਮ ਹਾਂ। ਰਸਨਾ ਤੋਂ ਭਗਤੀ ਦਾ ਉਪਦੇਸ਼ ਦੇਣਾ ਹੈ, ਕਿਉਂਕਿ ਕਲਯੁਗ ਦੇ ਜੀਵ ਜਿਹੜੇ ਹਨ ਉਹ ਦੇਸੀ ਘਿਓ ਨੂੰ ਹਜਮ ਨਹੀਂ ਨਾ ਕਰ ਸਕਦੇ, ਬ੍ਰਹਮ ਗਿਆਨ ਨੂੰ। ਇਸ ਕਰਕੇ ਵਿੱਚ ਘਿਓ 'ਚ ਮਿੱਠਾ ਪਾ ਕੇ ਖਵਾਈਏ ਤੇ ਹਜਮ ਹੋ ਜਾਂਦਾ ਹੈ। ਉੱਦਾਂ ਘਿਓ ਖਾਈਏ ਤੇ ਸਾਧ ਸੰਗਤ ਜੀ ਉਹ ਬੋਝ ਕਰਦਾ ਛਾਤੀ ਦੇ ਉੱਤੇ। ਜੇ ਵਿੱਚ ਉਹਦੇ ਸ਼ੱਕਰ ਪਾ ਲਈਏ ਜਾਂ ਮਿਸ਼ਰੀ ਪਾ ਲਈਏ ਤੇ ਉਹ ਫਿਰ ਹਜਮ ਹੋ ਜਾਂਦਾ ਹੈ। ਬ੍ਰਹਮ ਗਿਆਨ ਹਜਮ ਕਰਨ ਦੇ ਲਈ ਮਹਾਰਾਜ ਨੇ ਭਗਤੀ ਦੀ ਮਿਸ਼ਰੀ ਪਾਈ ਹੈ। ਸਤਿਗੁਰੂ ਕਹਿੰਦੇ ਆਪਣੇ ਹਿਰਦੇ ਵਿੱਚ ਆਤਮ ਗਿਆਨ ਰੱਖਣਾ, ਬ੍ਰਹਮ ਸਰੂਪ ਦਾ ਅਭੇਦਤਾ ਰੱਖਣੀ ਹੈ, ਪਰ ਰਸਨਾ ਤੋਂ ਭਗਤੀ ਦਾ ਹੀ ਉਪਦੇਸ਼ ਦੇਣਾ ਹੈ। ਆਪਣੀ ਰਸਨਾ ਤੋਂ ਇਹੀ ਕਹਿਣਾ
तुम मात पिता हम बारक तेरे, तुमरी कृपा मह सुख कनेरे, कोई न जाने तुमरा अंत, ऊंचे ते ऊंचा भगवंत। ਇਸ ਤਰ੍ਹਾਂ ਦੀ ਬੋਲੀ ਬੋਲਣੀ ਹੈ, ਜਿਸ ਤੇ ਹੋਏ ਮਿਰਜਾਦ ਭਲੇਰੀ। ਇਹਦੇ ਨਾਲ ਮਰਿਆਦਾ ਕਾਇਮ ਰਹਿੰਦੀ ਹੈ। ਕਲਯੁਗ ਦੇ ਸਮੇਂ ਵਿੱਚ ਮਰਿਆਦਾ ਇਸ ਤੋਂ ਬਿਨਾਂ ਨਹੀਂ ਰਹਿ ਸਕਦੀ, ਅਸਤ ਵਿਅਸਤ ਹੋ ਜਾਂਦਾ ਸਾਰਾ ਸਿਸਟਮ। ਇਸ ਕਰਕੇ ਗੁਰੂ ਘਰ ਦੇ ਵਿੱਚ ਭਗਤੀ ਪ੍ਰਧਾਨ ਹੈ। ਸੋ ਕਰਤੂਤ ਉਚਿਤ ਹੈ ਤੇਰੀ। ਤੁਸੀਂ ਉਹ ਕੰਮ ਕਰਨੇ ਹਨ, ਉਹ ਕਰਮ ਕਰਨੇ ਹਨ ਜਿਨ੍ਹਾਂ ਕਰਮਾਂ ਨੂੰ ਕਰਕੇ ਸਰਬੱਤ ਦਾ ਭਲਾ ਹੋਵੇ। ਅਪਰ ਜੇ ਪੂਜਨ ਕੋ ਕੁਛ ਚਾਹੋ। ਫਿਰ ਮਹਾਰਾਜ ਕਹਿਣ ਲੱਗੇ ਹਰ ਰਾਏ ਜੀ ਨੂੰ ਕਿ ਇਹ ਹਰ ਰਾਏ ਜੀ ਹੋਰ ਕੁਝ ਪੁੱਛਣਾ ਚਾਹੁੰਦੇ ਹੋ ਵੀ ਪੁੱਛ ਲਵੋ। ਮਨ ਕੀ ਬਾਤ ਕਹੋ ਹਮ ਪਾਹੋ। ਜੋ ਵੀ ਮਨ ਦੀ ਗੱਲ ਹੈ, ਜੋ ਮਨ ਦਾ ਸਵਾਲ ਹੈ, ਜੋ ਮਨ ਦਾ ਪ੍ਰਸ਼ਨ ਹੈ, ਉਹ ਸਾਡੇ ਕੋਲ ਖੁੱਲ੍ਹ ਕੇ ਕਰ ਲਵੋ। ਤਰਹੁ ਧੀਰ ਅਬ ਸ਼ੋਕ ਨ ਕਰੀਐ ਹੈ। ਤੇ ਹੌਸਲਾ ਰੱਖੋ, ਸ਼ੋਕ ਨਾ ਕਰੋ। ਸਾਡੇ ਜਾਣ ਦਾ, ਸਾਡੇ ਵਿਛੋੜੇ ਦਾ ਦੁੱਖ ਨਾ ਮਨਾਓ। ਸੰਗਤ ਸਹਿਤ ਮਸੰਦ ਸੰਭਰੀਐ ਹੈ। ਸੰਗਤਾਂ ਨੂੰ ਵੀ ਤੁਸੀਂ ਹੌਸਲਾ ਦੇਣਾ, ਮਸੰਦਾਂ ਨੂੰ ਵੀ ਰੋਕਣਾ ਰੋਣ ਤੋਂ, ਸਾਰੇ ਪਰਿਵਾਰ ਨੂੰ ਵੀ ਹੌਸਲਾ ਦੇਣਾ, ਸੰਗਤ ਨੂੰ ਸਾਂਭਣਾ ਹੈ। ਤੁਸੀਂ ਇਸ ਗੁਰੂ ਨਾਨਕ ਦੇ ਰਾਜ ਦੇ ਬਾਦਸ਼ਾਹ ਬਣ ਗਏ ਹੋ। ਬਾਦਸ਼ਾਹ ਦੀ ਜ਼ਿੰਮੇਵਾਰੀ ਹੁੰਦੀ ਸਾਰੇ ਮੁਲਕ ਨੂੰ ਸਾਂਭਣਾ, ਤੁਹਾਡੀ ਜ਼ਿੰਮੇਵਾਰੀ ਸਾਰੀ ਸ੍ਰਿਸ਼ਟੀ ਨੂੰ ਸਾਂਭਣ ਦੀ ਹੈ। ਕਿਉਂਕਿ ਰਾਜਿਆਂ ਮਹਾਰਾਜਿਆਂ ਬਾਦਸ਼ਾਹਾਂ ਦਾ ਰਾਜ ਇੱਕ ਖਿੱਤੇ 'ਚ ਹੁੰਦਾ ਹੈ। ਗੁਰੂ ਨਾਨਕ ਦਾ ਰਾਜ ਪੂਰੇ ਬ੍ਰਹਮੰਡ ਦਾ ਰਾਜ ਹੈ। ਇਸ ਕਰਕੇ ਸਾਰਿਆਂ ਦਾ ਭਲਾ ਕਰਨਾ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਹਾਂਜੀ, ਵਰਤਹੁ ਜਥਾ ਜੋਗ ਸਭ ਸੰਗ। ਜਥਾ ਜੋਗ ਸਭ ਨਾਲ ਵਰਤਣਾ ਹੈ, ਪ੍ਰੇਮ ਨਾਲ। ਕਿਸੇ ਨੂੰ ਫਿੱਕਾ ਨਹੀਂ ਬੋਲਣਾ, ਕਿਸੇ ਨੂੰ ਕੌੜਾ ਨਹੀਂ ਬੋਲਣਾ, ਸਭ ਦੇ ਨਾਲ ਪ੍ਰੇਮ ਕਰਨਾ ਹੈ। ਮਮ ਸਮਾਨ ਹੈ ਤੇਰੋ ਅੰਗ। ਹਾਂ, ਹੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ, ਤੁਹਾਡਾ ਤੇ ਮੇਰਾ ਇੱਕੋ ਹੀ ਰੂਪ ਹੈ। ਤੁਸੀਂ ਆਪਣੇ ਆਪ ਨੂੰ ਸਾਡੇ ਵਰਗਾ, ਅਸੀਂ ਤੁਹਾਨੂੰ ਆਪਣੇ ਵਰਗਾ ਸਮਝਿਆ ਹੈ। ਤੁਹਾਨੂੰ ਗੁਰਤਾ ਗੱਦੀ ਦਿੱਤੀ ਹੈ, ਜੋਤ ਗੁਰੂ ਨਾਨਕ ਦੀ ਤੁਹਾਡੇ 'ਚ ਟਿਕਾ ਦਿੱਤੀ ਹੈ। ਹੁਣ ਤੁਸੀਂ ਵੱਡੇ ਗੁਰੂ ਸਾਹਿਬਾਂ ਦੀ ਮਰਿਆਦਾ ਕਾਇਮ ਰੱਖਣੀ ਹੈ। ਸੁਨਤ ਪਿਤਾਮੇ ਕੀ ਸ਼ਬ ਬਾਣੀ। ਦਾਦਾ ਜੀ ਦੀ ਰਸਨਾ ਤੋਂ ਇਹ ਬੋਲ ਜਦੋਂ ਸੁਣੇ, ਸ਼੍ਰੀ ਹਰਿ ਰਾਏ ਸੋ ਬਿਨੈ ਬਖਾਨੀ। ਗੁਰੂ ਹਰਿਰਾਏ ਸਾਹਿਬ ਜੀ ਹੱਥ ਜੋੜ ਕੇ ਆਪਣੇ ਦਾਦਾ ਜੀ ਦੇ ਚਰਨਾਂ 'ਚ ਇਉਂ ਬੇਨਤੀ ਕਰਦੇ ਹਨ, ਤੁਰਕ ਮੁਲਖ ਪਤ ਸ਼ਤਰ ਹਮਾਰੇ। ਹੇ ਸਤਿਗੁਰੂ ਸੱਚੇ ਪਾਤਸ਼ਾਹ, ਗਰੀਬ ਨਵਾਜ, ਮੀਰੀ ਪੀਰੀ ਦੇ ਮਾਲਕ, ਸਾਡੀ ਤੁਰਕਾਂ ਨਾਲ ਟੱਕਰ ਹੈ। ਤੁਰਕ ਸਾਡੇ ਨਾਲ ਯੁੱਧ ਕਰਦੇ ਹਨ, ਹਮਲੇ ਕਰਦੇ ਹਨ। ਮੁਗਲਾਂ ਦੇ ਨਾਲ ਖੰਡਾ ਖੜਕਦਾ ਰਿਹਾ ਹੈ। ਸੈਨਾ ਕੋਸ਼ ਆਦ ਮਹਿ ਭਾਰੇ। ਮਹਾਰਾਜ, ਉਹਨਾਂ ਕੋਲ ਫੌਜ ਵੀ ਜ਼ਿਆਦਾ ਹੈ, ਉਹਨਾਂ ਕੋਲ ਖਜ਼ਾਨੇ ਮਾਇਆ ਦੇ ਵੀ ਬਹੁਤ ਜ਼ਿਆਦਾ ਹਨ, ਹਥਿਆਰ ਵੀ ਉਹਨਾਂ ਕੋਲ ਬਹੁਤ ਜ਼ਿਆਦਾ, ਵੱਡੀਆਂ ਤੋਪਾਂ, ਵੱਡੇ ਸ਼ਸਤਰ, ਵੱਡਾ ਸਾਜੋ ਸਮਾਨ ਹੈ। ਬਾਦਸ਼ਾਹ ਜੋ ਹਨ ਉਹ ਦੇਸ਼ ਦੇ ਮਾਲਕ ਹਨ, ਉਹਨਾਂ ਕੋਲ ਜੰਗੀ ਫੌਜਾਂ ਤੇ ਹਥਿਆਰ ਬਹੁਤ ਹਨ। 300 ਕਹਾ ਕਰ ਹੈ ਬਖਿਆਤੀ। ਮਹਾਰਾਜ, ਹੁਣ ਸਾਨੂੰ ਕੀ ਹੁਕਮ ਹੈ, ਉਹਨਾਂ ਨਾਲ ਕਿਸ ਤਰ੍ਹਾਂ ਟੱਕਰ ਲੈਣੀ ਹੈ? ਉਹਨਾਂ ਤੁਰਕਾਂ ਨਾਲ, ਉਹਨਾਂ ਮੁਗਲਾਂ ਨਾਲ ਅਸੀਂ ਕਿਸ ਤਰ੍ਹਾਂ ਜੰਗ ਕਰਨਾ ਹੈ? ਕੌਣ ਸਥਾਨ ਬਨ ਹੈ ਰਿਪ ਘਾਤੀ। ਇਹ ਵੀ ਕਿਰਪਾ ਕਰਕੇ ਦੱਸੋ ਵੀ ਜੇ ਜੰਗ ਕਰਨਾ ਪੈ ਜਾਵੇ, ਕਿਹੜੀ ਥਾਂ ਤੇ ਕਿਲਾ ਬਣਾਈਏ, ਕਿੱਥੇ ਖੜ ਕੇ ਦੁਸ਼ਮਣ ਦਾ ਮੁਕਾਬਲਾ ਕਰੀਏ ਤਾਂ ਵੈਰੀ ਦੇ ਦੰਦ ਖੱਟੇ ਕਰ ਸਕੀਏ। ਇਸ ਪਰ ਬਸ ਕੈ ਅਪਰ ਸਥਾਨ। ਮਹਾਰਾਜ, ਇੱਥੇ ਕੀਰਤਪੁਰ ਸਾਹਿਬ ਵਿੱਚ ਹੀ ਅਸੀਂ ਕਿਲੇ ਬਣਾਈਏ, ਇੱਥੇ ਦੁਸ਼ਮਣ ਦਾ ਮੁਕਾਬਲਾ ਕਰੀਏ, ਜਾਂ ਕਿਸੇ ਹੋਰ ਸ਼ਹਿਰ ਵਿੱਚ, ਕਿਸੇ ਹੋਰ ਦੇਸ਼ ਵਿੱਚ, ਕਿਸੇ ਹੋਰ ਇਲਾਕੇ 'ਚ ਚਲੇ ਜਾਈਏ। ਕਾਲੋਂ ਤੁਰਕਨ ਸੋ ਕਮਸਾਨ। ਮਹਾਰਾਜ, ਮੈਂ ਤੁਰਕਾਂ ਨਾਲ ਯੁੱਧ ਕਰਨਾ, ਕਿੱਥੇ ਕਰਨਾ, ਇਹ ਕਿਰਪਾ ਕਰਕੇ ਦੱਸ ਦਿਓ। ਕਰੋ ਲਥੇਰ ਪਥੇਰ ਬਿਸਾਲਾ। ਆਪ ਜੀ ਦੀ ਕਿਰਪਾ ਨਾਲ ਮਹਾਰਾਜ ਲਥੇਰ ਪਥੇਰ ਕਰ ਦਿਆਂਗੇ, ਵੈਰੀ ਨੂੰ ਉਥਲ ਪੁਥਲ ਕਰਕੇ ਸੁੱਟਾਂਗੇ, ਇਹਨਾਂ ਜ਼ਾਲਮਾਂ ਮੁਗਲਾਂ ਦਾ ਰਾਜ ਨਿਬੇੜ ਦਿਆਂਗੇ, ਜੜ੍ਹਾਂ ਤੋਂ ਪੁੱਟ ਦਿਆਂਗੇ, ਇਹਨਾਂ ਦਾ ਨਾਮੋ ਨਿਸ਼ਾਨ ਮਿਟਾ ਦਿਆਂਗੇ। ਪਰ ਹੈ ਜੰਗ ਰਿਪ ਹੱਥ ਹੈ ਕਰਾਲਾ। ਮਹਾਰਾਜ, ਜੰਗ ਦੇ ਮੈਦਾਨ ਵਿੱਚ ਇਹਨਾਂ ਦੇ ਨਾਲ 2-2 ਹੱਥ ਕਰਾਂਗੇ,
ਇਹਨਾਂ ਵੈਰੀਆਂ ਨੂੰ ਮਾਰਾਂਗੇ। ਸੁਨਤ ਸਭਾ ਸਭ ਅਦਭੁਤ ਭਏ। ਸਾਧ ਸੰਗਤ ਜੀ, ਜਦੋਂ ਸਾਰੇ ਸਭਾ ਸਦਾਂ ਨੇ ਇਹ ਬਚਨ ਸੁਣੇ, ਜਿੰਨੀ ਸੰਗਤ ਬੈਠੀ ਸੀ ਸਾਰੀ ਹੈਰਾਨ ਹੋ ਗਈ। ਕਹਿਣ ਲੱਗੀ, ਦੇਖੋ ਕਿੰਨੀ ਛੋਟੀ ਉਮਰ 'ਚ ਕਿੱਡਾ ਵੱਡਾ ਬਚਨ ਕੀਤਾ ਹੈ। ਦੇਖੋ ਕਹਾਂ ਸੁਮਤ ਇਨ ਥੇ। ਸਾਰੀ ਸੰਗਤ ਹੈਰਾਨ ਕਿ ਕਿੰਨੀ ਸਮਝਦਾਰੀ ਨਾਲ ਆਪਣੇ ਦਾਦਾ ਜੀ ਤੋਂ ਰਾਜਨੀਤੀ ਦਾ ਬਚਨ ਪੁੱਛ ਰਹੇ ਹਨ। ਅਲਪ ਬੈਸ ਬ੍ਰਿਧਨ ਸਮ ਬੋਲੇ। ਇਹਨਾਂ ਦੀ ਉਮਰ ਤਾਂ ਅਜੇ 14 ਸਾਲ ਦੀ ਹੈ, ਪਰ ਜਿਵੇਂ ਬਜ਼ੁਰਗ ਬੰਦੇ, ਸਿਆਣੇ ਬੰਦੇ, ਬੁੱਢੇ ਬੰਦੇ ਗੱਲ ਕਰਦੇ ਨੇ, ਇਹਨਾਂ ਨੇ ਉਸ ਤਰ੍ਹਾਂ ਸਿਆਣਿਆਂ ਵਾਲੀ ਗੱਲ ਕੀਤੀ ਹੈ। ਭੇ ਸਮਰੱਥ ਗੁਰਿਆਈ ਕੋਲੇ। ਇਹ ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਉਮਰ ਵਿੱਚ ਬੱਚੇ ਦਿਸਦੇ ਹਨ, ਪਰ ਗੁਰੂ ਨਾਨਕ ਦੀ ਜੋਤ ਇਹਨਾਂ ਵਿੱਚ ਆ ਗਈ ਹੈ। ਇਸ ਕਰਕੇ ਇਹ ਸਰਬ ਕਲਾ ਸਮਰੱਥ ਹੋ ਗਏ ਹਨ। ਸਤਿਗੁਰ ਪੋਤਰੇ ਕੋ ਮੁਖ ਦੇਖ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪਿਆਰੇ ਪੋਤਰੇ ਦਾ ਮੁਖ ਵੇਖਿਆ, ਗੁਰੂ ਹਰਿਰਾਏ ਸਾਹਿਬ ਜੀ ਦੇ ਚਿਹਰੇ ਵੱਲ ਵੇਖਿਆ। ਹੋਏ ਪ੍ਰਸੰਨ ਸੋ ਬੀਰ ਪਰੇਖ। ਮਹਾਰਾਜ ਬੜੇ ਖੁਸ਼ ਹੋਏ ਵੀ ਸਾਡਾ ਪੋਤਰਾ ਵੀ ਦਲੇਰ ਹੈ, ਦੁਸ਼ਮਣ ਤੋਂ ਡਰਨ ਵਾਲਾ ਨਹੀਂ, ਸੂਰਮਾ ਹੈ। ਇਹਦੀ ਦਲੇਰੀ ਵੇਖ ਕੇ ਮਹਾਰਾਜ ਬੜੇ ਪ੍ਰਸੰਨ ਹੋਏ ਹਨ। ਕਹਿਓ ਤਬੈ ਤੁਮ ਕਬਹੁ ਨ ਲਰਾ। ਤੇ ਮਹਾਰਾਜ 6ਵੇਂ ਪਾਤਸ਼ਾਹ ਜੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਪੁੱਤਰ ਜੀ ਕਦੀ ਜੰਗ ਨਹੀਂ ਕਰਨਾ। ਸ਼ਤਰਨ ਦਿਸ਼ ਤੇ ਸ਼ਾਂਤੀ ਧਰੋ। ਵੈਰੀ ਤੁਹਾਡੇ ਤੇ ਹਮਲਾ ਕਰੇਗਾ ਹੀ ਨਹੀਂ। ਤੁਹਾਨੂੰ ਤੁਹਾਡੇ ਸਮੇਂ ਅੰਦਰ ਸ਼ਾਂਤੀ ਰਹੇਗੀ। ਸ਼ਤਰੂ ਜੇ ਕਿਤੇ ਚੜ੍ਹ ਕੇ ਆਵੇ ਉਤਰ ਕੇ ਜਾਏਗਾ। ਲੜਾਈ ਦੀ ਨੌਬਤ ਨਹੀਂ ਆਏਗੀ, ਜੰਗ ਤੱਕ ਨਹੀਂ ਅਪੜੋਗੇ। ਕਿਸ ਬਿਦ ਤੇ ਨਹਿ ਕਰਹੁ ਬਿਖੇਰਾ। ਤੁਸੀਂ ਵੀ ਕਿਸੇ ਨਾਲ ਕੋਈ ਜੰਗ ਨਹੀਂ ਕਰਨਾ, ਕੋਈ ਬਖੇੜਾ ਨਹੀਂ ਪਾਉਣਾ, ਕੋਈ ਲੜਾਈ ਨਹੀਂ ਛੇੜਨੀ, ਨਹੀਂ ਸੰਭਾਰਹੁ ਬੈਰ ਬਡੇਰਾ। ਕੋਈ ਵੈਰ ਵਿਰੋਧ ਵੀ ਮਨ ਵਿੱਚ ਨਹੀਂ ਰੱਖਣਾ। ਜੇ ਦੁਸ਼ਮਣ ਵੀ ਤੁਹਾਡੇ ਘਰ ਕੁਛ ਚੀਜ਼ ਮੰਗਣ ਆ ਜਾਵੇ, ਉਹਨੂੰ ਦੁਸ਼ਮਣ ਨਹੀਂ ਸਮਝਣਾ। ਸਾਧ ਸੰਗਤ ਜੀ, ਔਰੰਗਜ਼ੇਬ ਨੇ ਦਾਰਾ ਸ਼ਿਕੋਹ ਨੂੰ ਜਦੋਂ ਸ਼ੇਰ ਦੀਆਂ ਮੁੱਛਾਂ ਚਾਵਲਾਂ 'ਚ ਪਾ ਕੇ ਖਵਾਈਆਂ ਸਨ, ਉਦੋਂ ਸ਼ਾਹਜਹਾਨ ਬਾਦਸ਼ਾਹ ਗੁਰੂ ਹਰਿਰਾਏ ਸਾਹਿਬ ਦੇ ਕੋਲ ਆਪਣੇ ਪੁੱਤਰ ਦੀ ਜਾਨ ਬਚਾਉਣ ਵਾਸਤੇ 1.5 ਪਾਈਆ ਦੀ ਹਰੜ ਤੇ ਮਾਸੇ ਦਾ ਲੌਂਗ ਮੰਗਵਾਇਆ ਸੀ। ਗੁਰੂ ਸਾਹਿਬ ਨੇ ਆਪਣੇ ਖਜ਼ਾਨੇ 'ਚੋਂ ਭੇਜ ਕੇ ਦਾਰਾ ਸ਼ਿਕੋਹ ਦੀ ਜਾਨ ਬਚਾਈ ਸੀ। ਮਹਾਰਾਜ ਕਹਿੰਦੇ ਵੈਰ ਨਹੀਂ ਕਰਨਾ, ਵੈਰ ਰੱਖਣਾ ਹੀ ਨਹੀਂ। ਗੁਰਮੁਖ ਵੈਰ ਵਿਰੋਧ ਗਵਾਵੈ। ਗੁਰਮੁਖ ਹੁੰਦਾ ਹੀ ਉਹ ਹੈ ਜਿਹੜਾ ਵੈਰ ਵਿਰੋਧ ਗਵਾ ਦੇਵੇ। ਗੁਰਮੁਖ ਸਗਲੀ ਗਣਤ ਮਿਟਾਵੈ। ਪਿਛਲੀਆਂ ਸਾਰੀਆਂ ਹੀ ਗੱਲਾਂ ਸੋਚਾਂ ਜਿਹੜੀਆਂ ਛੱਡ ਦਿੰਦੇ। ਹਾਂਜੀ, ਸੈਨਾ 202,000। ਕਹਿੰਦੇ 200 2000 2000 ਤੇ 200 2200 ਫੌਜ ਤੁਹਾਡੇ ਕੋਲ ਘੋੜ ਚੜਿਆਂ ਦੀ ਰਿਹਾ ਕਰੇਗੀ। ਰਾਖੋ ਸੰਗ ਸੁਚੇਤੀ ਧਾਰ। ਇਹ 2200 ਫੌਜ ਸ਼ਸਤਰਧਾਰੀ ਸੂਰਮੇ ਤਿਆਰ ਬਰ ਤਿਆਰ ਆਪਣੇ ਕੋਲ ਰੱਖਣੇ। ਇਹਨਾਂ ਨੂੰ ਰੋਜ਼ ਸ਼ਸਤਰ ਵਿੱਦਿਆ ਦਾ ਅਭਿਆਸ ਕਰਾਉਣਾ ਹੈ। ਗਤਕਾ, ਘੋੜ ਸਵਾਰੀ, ਨੇਜਾਬਾਜੀ ਤੇ ਸ਼ਿਕਾਰ ਨੂੰ ਜਾਣਾ, ਇਹ ਜਿਹੜੀਆਂ ਗੁਰੂ ਘਰ ਦੀਆਂ ਮਰਜ਼ਾਦਾ ਨੇ ਕਾਇਮ ਰੱਖਣੀਆਂ ਨੇ। ਨਹੀਂ ਕਦਾਚਿਤ ਰਣ ਕੋ ਚਾਹੋ। ਪਰ ਜੰਗ ਦੀ ਇੱਛਾ ਨਹੀਂ ਕਰਨੀ। ਜੰਗ ਤੁਹਾਨੂੰ ਕਰਨਾ ਹੀ ਨਹੀਂ ਪਏਗਾ। ਭੋਗਹੁ ਅਨੰਦ ਬੈਠ ਕਰ ਮਾਹੋ। ਆਪਣੇ ਘਰ ਕੀਰਤਪੁਰ ਸਾਹਿਬ ਵਿੱਚ ਰਹਿ ਕੇ ਆਨੰਦ ਮਾਣੋ, ਸੁਖ ਭੋਗੋ। ਸੁਨ ਸ਼੍ਰੀ ਹਰਿਰਾਏ ਕਹਿਓ ਸੁਨ ਫੇਰ। ਇਹ ਮਹਾਰਾਜ ਦੇ ਦਾਦਾ ਜੀ ਦੇ ਬਚਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਣ ਕੇ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਫਿਰ ਬੋਲੇ, ਚੇਰੇ ਭਲੇ ਕਰ ਸੈਨਿਕ ਨੇਰ। ਹੇ ਸੱਚੇ ਪਾਤਸ਼ਾਹ, ਆਪ ਜੀ ਦਾ ਹੁਕਮ ਸਿਰ ਮੱਥੇ ਤੇ, ਮੈਂ ਜੰਗ ਨਹੀਂ ਕਰਾਂਗਾ। ਪਰ ਜੇ ਦੁਸ਼ਮਣ ਫੌਜ ਲੈ ਕੇ ਆ ਜਾਵੇ, ਚੜ ਆਵੇ ਹਮ ਪਰ ਬਲ ਧਰੈ। ਦੁਸ਼ਮਣ ਹਮਲਾ ਕਰ ਦੇਵੇ, ਜ਼ਬਰਦਸਤੀ ਜ਼ੋਰ ਜਮਾਈ ਕਰੇ, ਕਿਉਂਕਿ ਜਿਹੜੇ ਵੈਰੀ ਲੋਕ ਹੁੰਦੇ ਨੇ, ਈਰਖਾਲੂ ਲੋਕ, ਸਾਧ ਸੰਗਤ ਜੀ, ਇਸ ਦੁਨੀਆ ਵਿੱਚ ਇੱਕੋ ਜਿਹਾ ਮਖੌਟਾ ਪਾ ਕੇ ਕਈ ਰੂਪਾਂ ਵਾਲੇ ਲੋਕ ਘੁੰਮਦੇ ਹਨ। ਮਖੌਟਾ ਮਨੁੱਖ ਦੇ ਸਰੀਰ ਦਾ ਹੈ।
ਬੰਦੇ ਦਿਸਦੇ ਨੇ, 2 ਹੱਥ 2 ਪੈਰ 2 ਅੱਖਾਂ 2 ਕੰਨ 2 ਨੱਕ, ਦਿਸਦੇ ਬੰਦੇ ਹੀ ਨੇ। ਪਰ ਪਿਛਲੇ ਜਨਮਾਂ ਦੇ ਕੋਈ ਸ਼ੇਰ ਨੇ, ਕੋਈ ਚੀਤੇ ਨੇ, ਕੋਈ ਭਾਲੂ ਨੇ, ਕੋਈ ਸੱਪ ਨੇ, ਕੋਈ ਲੂੰਬੜੀਆਂ ਵਰਗੀ ਚਾਲਾਂ ਚੱਲਣ ਵਾਲੇ ਲੂੰਬੜ ਨੇ। ਤੇ ਉਹ ਜਿਹੜੇ ਵੱਖਰੇ ਵੱਖਰੇ ਨੇਚਰ ਬੰਦੇ ਦੇ ਵਿੱਚ ਪਏ ਹੋਏ ਨੇ, ਮਖੌਟਾ ਬੰਦੇ ਦਾ ਪਾਇਆ ਹੋਇਆ ਹੈ। ਉਹ ਲੋਕ ਜਿਹੜੇ ਹਨ ਆਪਣੇ ਸੰਸਕਾਰਾਂ ਨੂੰ ਛੱਡ ਨਹੀਂ ਸਕਦੇ, ਫਿਰ ਉਹੋ ਜਿਹੀਆਂ ਪੁੱਠੀਆਂ ਚਾਲਾਂ ਚੱਲਦੇ ਹਨ। ਤੇ ਗੁਰੂ ਸਾਹਿਬ ਜੀ ਪੁੱਛ ਰਹੇ ਨੇ ਵੀ ਜੇ ਕੋਈ ਇਹੋ ਜਿਹਾ ਮਖੌਟੇ ਵਾਲਾ ਬੰਦਾ ਜਿਹੜਾ ਗੁਰੂ ਘਰ ਦੇ ਪ੍ਰਤਾਪ ਨੂੰ ਦੇਖ ਕੇ ਸੜਦਾ ਹੋਵੇ, ਫੌਜਾਂ ਲੈ ਕੇ ਗੁਰੂ ਘਰ ਤੇ ਹਮਲਾ ਕਰ ਦਵੇ, ਭਰਹਿ ਗਰਭ ਤੇ ਜੇ ਲੜ ਪਰੈ। ਜੇ ਮਹਾਰਾਜ ਹੰਕਾਰ ਵਿੱਚ ਆ ਕੇ ਕੋਈ ਹਮਲਾ ਕਰੇ, ਗੁਰੂ ਘਰ ਨਾਲ ਲੜ ਪਵੇ, ਤਬ ਕਿਆ ਕਰਹਿ ਹੁਕਮ ਸੋ ਕਰੋ। ਤਾਂ ਉਹਦੇ ਬਾਰੇ ਵੀ ਦੱਸੋ ਵੀ ਤਾਂ ਅਸੀਂ ਕੀ ਕਰਨਾ ਹੈ। ਯਾਨੀ ਜੇ ਕੋਈ ਜ਼ਬਰਦਸਤੀ ਕਰੇ, ਕੋਈ ਜ਼ੋਰ ਜਮਾਈ ਕਰੇ, ਆਪਣੀ ਤਾਕਤ ਦਾ ਪ੍ਰਦਰਸ਼ਨ ਕਰੇ, ਗੁਰੂ ਘਰ ਤੇ ਹਮਲਾ ਕਰੇ, ਹੱਥ ਚੁੱਕੇ, ਹਥਿਆਰ ਉਠਾਵੇ, ਤਾਂ ਉਹਦੇ ਨਾਲ ਅਸੀਂ ਕਿੱਦਾਂ ਵਰਤੀਏ। ਹੋਏ ਅਵਸ਼ਯਕ ਰਣ ਉਰ ਧਰੋ। ਹਾਂ, ਫਿਰ ਤਾਂ ਮਹਾਰਾਜ ਜੰਗ ਹੋਣਾ ਹੀ ਹੋਇਆ। ਜੇ ਕੋਈ ਚੜ੍ਹ ਕੇ ਆ ਗਿਆ, ਮਾਰਨ ਹੀ ਆ ਗਿਆ, ਤੇ ਉਸਨੇ ਹਮਲਾ ਕਰਤਾ ਹਥਿਆਰਾਂ ਦੇ ਨਾਲ, ਤੋਪਾਂ ਦੇ ਨਾਲ, ਫਿਰ ਗੁਰੂ ਜੀ ਅਸੀਂ ਕੀ ਕਰੀਏ। ਫਿਰ ਤਾਂ ਲੜਾਈ ਕਰਨੀ ਪਏਗੀ ਨਾ। ਜੇ ਕੋਈ ਘਰ ਹੀ ਮਾਰਨ ਆ ਜਾਵੇ। ਸੁਨ ਕਿਰਪਾਲ ਸ਼ਬ ਬਾਕ ਬਖਾਨਾ। ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਦੇ ਇਹ ਬਚਨ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬੋਲੇ, ਜੋ ਤੁਮ ਪਰ ਚੜ ਕਰਹਿ ਪਿਆਨਾ। ਮਹਾਰਾਜ ਕਹਿੰਦੇ ਪੁੱਤਰ ਹਰਿਰਾਏ ਜੀ, ਜਿਹੜਾ ਤੁਹਾਡੇ ਤੇ ਚੜ੍ਹਾਈ ਕਰੇਗਾ, ਤੁਹਾਡੇ ਤੇ ਹਮਲਾ ਕਰੇਗਾ, ਸੋ ਨਹਿ ਆਵਨ ਪਾਵਹਿ ਕੈਸੇ। ਉਹ ਰਸਤੇ 'ਚ ਹੀ ਰਹਿ ਜਾਏਗਾ, ਤੁਹਾਡੇ ਤੱਕ ਅੱਪੜ ਨਹੀਂ ਸਕੇਗਾ। ਤੁਹਾਡਾ ਵਾਲ ਵੀ ਵਿੰਗਾ ਨਹੀਂ ਹੋਵੇਗਾ। ਵਾਲ ਨਾ ਵਿੰਗਾ ਹੋਆ, ਵਿੱਚ ਕਰਤਾ ਪੁਰਖ ਖਲੋਆ। ਮਹਾਰਾਜ ਗੁਰੂ ਨਾਨਕ ਸਾਹਿਬ ਆਪ ਕਿਰਪਾ ਕਰਨਗੇ, ਤੁਹਾਡੇ ਗਲ ਲੜਾਈ ਪਵੇਗੀ ਨਹੀਂ। ਹਾਂਜੀ, ਨਿਫਲ ਪਰਹਿ ਘਨ ਧੁੰਦ ਹੈ ਜੈਸੇ। ਇਹ ਜਿਵੇਂ ਕਹਿੰਦੇ, ਜਿਵੇਂ ਨਿਫਲ ਪਰਹਿ ਘਣ ਧੁੰਦ ਹੈ ਜੈਸੇ, ਜਿਵੇਂ ਧੁੰਦ ਦੇ ਬੱਦਲ ਕਦੀ ਮੀਂਹ ਨਹੀਂ ਪਾਉਂਦੇ। ਜਿਹੜੇ ਫੋਕੇ ਬੱਦਲ ਹੁੰਦੇ ਆ ਨਾ, ਕਹਿੰਦੇ ਜੋ ਗਰਜਦੇ ਆ ਉਹ ਬਰਸਦੇ ਨਹੀਂ ਹੁੰਦੇ। ਫੋਕੇ ਬੱਦਲ ਜਿਹੜੇ ਹੁੰਦੇ ਆ, ਉਹਨਾਂ 'ਚੋਂ ਕਦੀ ਵਰਖਾ ਨਹੀਂ ਹੋਈ। ਇਸ ਤਰ੍ਹਾਂ ਜਿਹੜੇ ਗੁਰੂ ਘਰ ਦੇ ਵੈਰੀ ਬਣ ਕੇ ਤੁਹਾਡੇ ਸਮੇਂ ਹਮਲਾ ਕਰਨਗੇ, ਉਹ ਨਿਸਫਲ ਹੋ ਜਾਣਗੇ। ਉਹਨਾਂ ਦਾ ਹਮਲਾ ਸਫਲ ਨਹੀਂ ਹੋਵੇਗਾ। ਔਰ ਇਹ ਸਮਗਰ ਹੈ ਮਗਮਾਹੀ। ਰਸਤੇ 'ਚ ਇਸ ਤਰ੍ਹਾਂ ਗਲ ਜਾਣਗੇ ਜਿਵੇਂ ਪਾਣੀ ਦਾ ਔਲਾ ਆਕਾਸ਼ ਵਿੱਚੋਂ ਆ ਕੇ ਧਰਤੀ ਤੇ ਡਿੱਗਦਾ ਤੇ ਗਲ ਜਾਂਦਾ ਹੈ। ਸਾਧ ਸੰਗਤ ਜੀ, ਗੜੇ ਪੈਂਦੇ ਨਾ, ਗੜੇ ਕਈ ਵਾਰੀ ਤਾਂ ਬਹੁਤ ਮੋਟੇ ਮੋਟੇ ਗੜੇ ਪੈਂਦੇ, ਨੁਕਸਾਨ ਵੀ ਕਰ ਦਿੰਦੇ ਆ, ਫਸਲਾਂ ਖਰਾਬ ਕਰ ਦਿੰਦੇ ਆ, ਕਈਆਂ ਦੇ ਘਰਾਂ ਦੇ ਗੱਡੀਆਂ ਦੇ ਸ਼ੀਸ਼ੇ ਤੋੜ ਦਿੰਦੇ ਆ, ਕਿਸੇ ਦੇ ਸਿਰ 'ਚ ਵੱਜ ਜੇ ਬਹੁਤ ਭਿਆਨਕ, ਉੱਤੋਂ ਪੈਂਦੇ ਅਸਮਾਨ ਤੋਂ, ਮੀਲਾਂ ਤੋਂ। ਉਹ ਜਿਹੜੇ ਗੜੇ ਹਨ, ਭਾਵੇਂ ਜਿੱਡੇ ਮਰਜ਼ੀ ਹੋਣ, ਇੱਕ ਵਾਰੀ ਧਰਤੀ ਤੇ ਡਿੱਗ ਕੇ ਗਲਦੇ ਹੀ ਨੇ, ਗਲ ਜਾਂਦੇ ਆ। ਮਹਾਰਾਜ ਕਹਿੰਦੇ ਇਸ ਤਰ੍ਹਾਂ ਵੈਰੀ ਗਲ ਜਾਣਗੇ, ਤੁਮਲੋ ਪ੍ਰਾਪਤ ਹੋਵਹਿ ਨਾਹੀ। ਤੁਹਾਡੇ ਤੱਕ ਨਹੀਂ ਅੱਪੜ ਸਕਣਗੇ। ਇਹ ਬਰ ਤੁਮਕੋ ਅਨਮਿਟ ਜਾਨਹੁ। ਇਹ ਜਿਹੜਾ ਸਾਡਾ ਵਰ ਹੈ, ਇਹ ਤੁਹਾਡੇ ਵਾਸਤੇ ਅਣਮਿਟ ਹੈ, ਇਹ ਮਿਟਣ ਵਾਲਾ ਨਹੀਂ। ਤੁਹਾਨੂੰ ਅਸੀਂ ਇਹ ਬਚਨ ਦੇ ਰਹੇ ਹਾਂ ਵੀ ਕੋਈ ਤੁਹਾਡੇ ਤੇ ਹਮਲਾ ਕਰੇਗਾ ਨਹੀਂ। ਜੇ ਕਰੇਗਾ ਤੇ ਰਸਤੇ 'ਚ ਹੀ ਰਹਿ ਜਾਏਗਾ। ਬੈਠੇ ਸਦਾ ਆਨੰਦ ਕੋ ਠਾਨਹੁ। ਤੁਸੀਂ ਬੈਠੇ ਆਨੰਦ ਕਰੋ, ਮੌਜਾਂ ਕਰੋ। ਵੈਰੀ ਚੜ੍ਹ ਕੇ ਆਵੇ ਤੇ ਉਤਰ ਕੇ ਜਾਵੇਗਾ। ਸੁਨ ਕਰ ਸ਼੍ਰੀ ਹਰਿ ਰਾਏ ਆਨੰਦੇ। ਇਹ ਸੁਣ ਕੇ ਮਹਾਰਾਜ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਬੜੇ ਪ੍ਰਸੰਨ ਹੋਏ। ਚਰਨ ਪਿਤਾਮੇ ਕੇ ਜੁਗ ਬੰਦੇ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਦੋਵਾਂ ਚਰਨਾਂ ਤੇ ਸ੍ਰੀ ਗੁਰੂ ਹਰਿਰਾਏ ਸਾਹਿਬ ਨੇ ਆਪਣਾ ਮੱਥਾ ਰੱਖ ਦਿੱਤਾ। ਬੜੀ ਭਾਵਨਾ ਨਾਲ ਮੱਥਾ ਟੇਕਿਆ। ਦੋਹਰਾ ਸਾਹਿਬ ਭਾਨੇ ਸੋ ਕਹਿਓ। ਫਿਰ ਮਹਾਰਾਜ ਬਾਬਾ ਬੁੱਢਾ ਜੀ ਦੇ ਸਪੁੱਤਰ ਭਾਈ ਭਾਨਾ ਜੀ ਨੂੰ ਬੋਲੇ, ਤੁਮ ਨਿਜ ਨੰਦਨ ਆਨ। ਮਹਾਰਾਜ ਕਹਿੰਦੇ ਭਾਈ ਭਾਨਾ ਜੀ,
ਤੁਸੀਂ ਆਪਣੇ ਪੁੱਤਰ ਨੂੰ ਲਿਆਓ। ਸ਼੍ਰੀ ਹਰਿ ਰਾਏ ਸਮੀਪ ਰਖ, ਉਹਨਾਂ ਨੂੰ ਆਪਣੇ ਪੁੱਤਰ ਨੂੰ ਸ੍ਰੀ ਗੁਰੂ ਹਰਿਰਾਏ ਸਾਹਿਬ ਦੇ ਕੋਲ ਰੱਖਣਾ ਹੈ। ਜਿਵੇਂ ਤੁਹਾਨੂੰ ਬਾਬਾ ਬੁੱਢਾ ਜੀ ਸਾਡੇ ਕੋਲ ਛੱਡ ਗਏ ਸਨ, ਤੁਸੀਂ ਆਪਣੇ ਪੁੱਤਰ ਨੂੰ ਗੁਰੂ ਹਰਿਰਾਏ ਸਾਹਿਬ ਜੀ ਦੇ ਕੋਲ ਵਜ਼ੀਰ ਲਾਣਾ ਹੈ। ਗੁਰੂ ਘਰ ਦਾ ਸਦਾ ਰਹਿ ਸੁਖ ਠਾਨ, ਇੱਥੇ ਗੁਰੂ ਘਰ 'ਚ ਸੁੱਖ ਨਾਲ ਰਹਿਣਗੇ। ਚੌਪਈ ਰਾਮਦਾਸ ਕੇ ਗ੍ਰਾਮ ਮਝਾਰੇ, ਰਮਦਾਸ ਪਿੰਡ ਜੋ ਗੁਰਦਾਸਪੁਰ ਜ਼ਿਲ੍ਹੇ ਵੱਲ ਹੈ, ਉਸ ਰਮਦਾਸ ਪਿੰਡ ਦੇ ਵਿੱਚ ਤਨ ਕੋ ਤਿਆਗੋ ਤਹਾਂ ਸੁਖਾਰੇ। ਤੁਸੀਂ ਚਲੇ ਜਾਓ, ਆਪਣੇ ਪਿਤਾ ਬਾਬਾ ਬੁੱਢਾ ਜੀ ਦੇ ਸਥਾਨ ਤੇ ਜਾ ਕੇ ਆਪਣਾ ਚੋਲਾ ਛੱਡ ਦਿਓ। ਤੁਹਾਡੀ ਆਯੂ ਹੁਣ ਥੋੜੇ ਦਿਨਾਂ ਦੀ ਰਹਿ ਗਈ ਹੈ, ਸੌਖਾ ਹੀ ਆਪਣਾ ਇਹ ਚੋਲਾ ਤਿਆਗ ਦੇਣਾ ਤੁਸੀਂ। ਰਾਏ ਜੋਧ ਸੋ ਬਹਰ ਬਖਾਨਾ, ਫਿਰ ਜੋਧ ਰਾਏ ਜਿਹੜਾ ਦੀਨੇ ਕਾਂਗੜ ਦਾ ਰਾਜਾ ਸੀ, ਉਹਨੂੰ ਗੁਰੂ ਸਾਹਿਬ ਜੀ ਨੇ ਹੁਕਮ ਲਾਇਆ, 6ਵੇਂ ਪਾਤਸ਼ਾਹ ਜੀ ਨੇ। ਹਮ ਪਾਛੈ ਅਵਲੋਕ ਵਿਧਾਨਾ, ਮਹਾਰਾਜ ਕਹਿੰਦੇ ਭਾਈ ਜੋਧ ਸ਼ਾਹ ਜੀ ਤੁਸੀਂ ਕੁਝ ਦਿਨ ਕੀਰਤਪੁਰ ਸਾਹਿਬ ਹੋਰ ਠਹਿਰਨਾ ਹੈ। ਸਾਡੇ ਪਿੱਛੋਂ ਜਿਹੜੀ ਅੰਤਮ ਅਰਦਾਸ ਹੋਣੀ ਹੈ, ਸਹਿਜ ਪਾਠ ਦਾ ਭੋਗ ਪੈਣਾ ਹੈ, ਜਾਂ ਗੁਰੂ ਕੀ ਬਾਣੀ ਦੇ ਕੀਰਤਨ ਕਥਾ ਸਮਾਗਮ ਹੋਣੇ ਨੇ, ਲੰਗਰ ਦੀ ਜਗ ਹੋਣਾ ਹੈ, ਉਹ ਸਾਰਾ ਤੁਸੀਂ ਸਾਡਾ ਜਗ ਵੇਖ ਕੇ ਜਾਣਾ ਹੈ। ਪਨ ਕਾਂਗੜ ਕੋ ਜਾਹੁ ਸੁਖਾਰੇ, ਫਿਰ ਤੁਸੀਂ ਆਪਣੇ ਨਗਰ ਦੀਨੇ ਕਾਂਗੜ ਚਲੇ ਜਾਣਾ। ਭੋਗਹੁ ਪਰਾ ਲਬਦ ਤਨ ਧਾਰੇ, ਜਿੰਨੀ ਵਾਹਿਗੁਰੂ ਨੇ ਪਰਾਲਬਧ ਦਿੱਤੀ, ਜਿੰਨੇ ਸਵਾਸ ਦਿੱਤੇ ਨੇ, ਜਿੰਨੀ ਉਮਰ ਬਾਕੀ ਰਹਿੰਦੀ ਹੈ, ਉਹ ਤੁਸੀਂ ਸੁੱਖ ਨਾਲ ਭੋਗੋਗੇ। ਅੰਤ ਸਮੈ ਹਮ ਹੋਏ ਸਹਾਏ, ਅੰਤ ਸਮੇਂ ਅਸੀਂ ਤੁਹਾਡੀ ਸਹਾਇਤਾ ਕਰਾਂਗੇ। ਅੰਤ ਸਮੇਂ ਤੁਹਾਨੂੰ ਜਮਾਂ ਤੋਂ ਛੁਡਾ ਲਵਾਂਗੇ। ਸਤਨਾਮ ਸਿਮਰੋਹ ਲਿਵ ਲਾਏ, ਹੇ ਭਾਈ ਜੋਧ ਰਾਏ ਜੀ, ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਲਿਵ ਲਾ ਕੇ ਕਰਨਾ ਹੈ, ਕਿਉਂਕਿ ਅੰਤ ਨੂੰ ਨਾਮ ਨਹੀਂ ਛਡਾਣਾ ਹੈ। ਜੈ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚਲੈ। ਜਿਹੜੇ ਮਹਾ ਭਿਆਨਕ ਸ਼ਕਲਾਂ ਵਾਲੇ ਡਰਾਉਣੇ ਜਮਦੂਤ ਜੀਵ ਨੂੰ ਫੜ ਕੇ ਲੈ ਜਾਂਦੇ ਹਨ, ਉਹਨਾਂ ਤੋਂ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਹੀ ਛੁਡਾਉਂਦਾ ਹੈ। ਤਿਨਹੀ ਰੂਪਾ ਨਿਜ ਘਰ ਰਹੈ, ਭਾਈ ਰੂਪੇ ਨੂੰ ਹੁਕਮ ਹੋਇਆ ਵੀ ਭਾਈ ਰੂਪਾ ਜੀ ਤੁਸੀਂ ਆਪਣੇ ਪਿੰਡ ਰਹਿਣਾ, ਰੂਪੇ ਪਿੰਡ ਵਿੱਚ। ਅੰਤ ਪਰਮ ਪਦ ਕੋ ਇਹੋ ਲਹੈ, ਇਹਨਾਂ ਨੂੰ ਵੀ ਅੰਤ ਸਮੇਂ ਪਰਮ ਪਦਵੀ ਪ੍ਰਾਪਤ ਹੋਵੇਗੀ। ਭਾਈ ਰੂਪੇ ਨੂੰ ਵੀ ਬ੍ਰਹਮ ਗਿਆਨ ਮੁਕਤੀ ਸੱਚਖੰਡ ਦੀ ਪ੍ਰਾਪਤੀ ਹੋਵੇਗੀ। ਕਰਹੁ ਦੇਗ ਗੁਰ ਹਿਤ ਵਰਤਾਵਹੁ, ਇਹ ਭਾਈ ਰੂਪਾ ਜੀ ਤੁਸੀਂ ਗੁਰੂ ਦੀ ਦੇਗ ਵਰਤਾਣੀ, ਲੰਗਰ ਵਰਤਾਣਾ ਹੈ। ਮਹਾਰਾਜ ਨੇ ਕੜਛਾ ਵੀ ਦਿੱਤਾ ਸੀ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਕਰ ਕਮਲਾਂ ਨਾਲ ਕੜਛਾ ਦੇ ਕੇ ਕਿਹਾ ਸੀ ਵੀ ਇਹਦੇ ਨਾਲ ਸੰਗਤਾਂ ਨੂੰ ਦਾਲਾਂ ਬਣਾ ਕੇ ਵਰਤਾਇਆ ਕਰੋ, ਪ੍ਰਸ਼ਾਦਾ ਵਰਤਾਇਆ ਕਰੋ। ਭਾਈ ਰੂਪੇ ਦੇ ਘਰ ਹੁਣ ਤੱਕ ਉਹ ਕੜਛਾ ਮੌਜੂਦ ਹੈ। ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਸਾਂਭੀਆਂ ਹੋਈਆਂ, ਹੁਕਮਨਾਮੇ ਸਾਂਭੇ ਹੋਏ ਹੈ, ਬਹੁਤ ਸਾਰੇ ਬਸਤਰ ਸ਼ਸਤਰ, ਗੁਰੂ ਸਾਹਿਬ ਦੀਆਂ ਪੋਥੀਆਂ। ਮਹਾਰਾਜ 6ਵੇਂ ਪਾਤਸ਼ਾਹ ਕਹਿੰਦੇ ਭਾਈ ਰੂਪਾ ਤੁਸੀਂ ਆਪਣੇ ਨਗਰ ਜਾ ਕੇ ਗੁਰੂ ਦੀ ਦੇਗ, ਗੁਰੂ ਦਾ ਲੰਗਰ ਚਲਾਣਾ ਹੈ। ਸਿੱਖੀ ਕੋ ਕਮਾਏ ਸੁਖ ਪਾਵਹੁ, ਸਿੱਖੀ ਦੀ ਕਮਾਈ ਕਰਨੀ ਹੈ। ਸਿੱਖੀ ਦੀ ਕਮਾਈ ਸੇਵਾ, ਸਿਮਰਨ, ਜਪ ਤਪ, ਇਹਦੇ ਨਾਲ ਸੁੱਖ ਦੀ ਪ੍ਰਾਪਤੀ ਹੋਵੇਗੀ। ਤੁਮ ਦੋਨੋਂ ਹੋ ਕੀ ਸੰਤਤ ਜੋਈ, ਜਿਹੜੀ ਤੁਹਾਡੀ ਔਲਾਦ, ਤੁਹਾਡੇ ਬੱਚੇ, ਤੁਹਾਡੀ ਸੰਤਾਨ ਹੋਵੇਗੀ, ਮੇਲੀ ਗੁਰ ਕਰ ਸੋ ਨਿਤ ਹੋਈ। ਉਹ ਗੁਰੂ ਘਰ ਨਾਲ ਮੇਲ ਰੱਖੇਗੀ, ਉਹ ਸਦਾ ਗੁਰੂ ਘਰ ਦਾ ਮਿਲਾਪ ਬਣਿਆ ਰਹੇਗਾ। ਪਹੁੰਚੈ ਅਨੇਕ ਬਾਰ ਤਿਸ ਦੇਸ਼, ਮਹਾਰਾਜ ਕਹਿੰਦੇ ਅਸੀਂ ਅਨੇਕਾਂ ਵਾਰੀ ਤੁਹਾਡੇ ਦੇਸ਼ ਵਿੱਚ ਆਵਾਂਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ 7ਵੇਂ ਪਾਤਸ਼ਾਹ ਵੀ ਮਾਲਵੇ 'ਚ ਗਏ ਹੈ। ਮਹਾਰਾਜ 9ਵੇਂ ਪਾਤਸ਼ਾਹ ਵੀ ਮਾਲਵੇ ਦਾ ਚੱਕਰ ਲਾਇਆ ਹੈ। ਪਹਿਲਾਂ 6ਵੇਂ ਪਾਤਸ਼ਾਹ ਦਾ ਬਹੁਤ ਸਮਾਂ ਮਾਲਵੇ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਕੇ ਆਏ। ਫਿਰ 7ਵੇਂ ਪਾਤਸ਼ਾਹ ਵੀ, ਫਿਰ 9ਵੇਂ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ, ਫਿਰ 10ਵੇਂ ਪਾਤਸ਼ਾਹ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ ਮਾਲਵੇ ਦੀ ਧਰਤੀ 'ਤੇ ਹੀ ਗਏ ਹੈ। ਸੋ ਮਹਾਰਾਜ 6ਵੇਂ ਪਾਤਸ਼ਾਹ ਬਚਨ ਕਰ ਰਹੇ ਨੇ, ਆਉਣ ਵਾਲੇ ਸਮੇਂ 'ਚ ਅਸੀਂ ਤੁਹਾਡੇ ਇਲਾਕੇ 'ਚ ਗੇੜਾ ਮਾਰਦੇ ਰਹਾਂਗੇ ਮਿਲਹਿ ਸਦਾ ਸੁਖ ਲਹਿ ਅਸ਼ੇਸ਼। ਔਰ ਹਮੇਸ਼ਾ ਤੁਹਾਨੂੰ ਭਾਈ ਰੂਪਾ ਆ ਕੇ ਮਿਲਿਆ ਕਰਾਂਗੇ।
ਤੁਹਾਡੀ ਔਲਾਦ, ਤੁਹਾਡੇ ਪੁੱਤ ਪੋਤਰੇ ਸਾਡੇ ਘਰ ਦੇ ਸੇਵਾਦਾਰ ਬਣੇ ਰਹਿਣਗੇ ਤੇ ਬੜੇ ਸੁਖ ਪ੍ਰਾਪਤ ਕਰਨਗੇ, ਸਿੱਖੀ ਦੀ ਕਮਾਈ ਕਰਨਗੇ। ਰੁਦਤ ਅਦਕ ਗੁਰ ਤਨੁਜਾ ਆਈ। ਜਦੋਂ ਇਹ ਬਚਨ ਮਹਾਰਾਜ ਕਹਿ ਰਹੇ ਸਨ, ਗੁਰੂ ਹਰਗੋਬਿੰਦ ਸਾਹਿਬ ਦੀ ਇਕਲੌਤੀ ਧੀ ਬੀਬੀ ਬੀਰੋ ਰੋਂਦੀ ਰੋਂਦੀ ਆਈ ਹੈ। ਪਿਤ ਕੋ ਮੋਹ ਹਿਰਦੈ ਉਮਗਾਈ। ਪਿਤਾ ਦਾ ਮਨ ਵਿੱਚ ਮੋਹ, ਪਿਤਾ ਦਾ ਵਿਛੋੜਾ ਚੇਤੇ ਕਰਕੇ ਜਾਰੋ ਜਾਰ ਰੋਣ ਲੱਗ ਪਈ ਬੀਬੀ ਬੀਰੋ। ਦੇਖ ਤਾਹੇ ਕੋ ਧੀਰਜ ਦੀਨਾ। ਮਹਾਰਾਜ ਨੇ ਆਪਣੀ ਪਿਆਰੀ ਪੁੱਤਰੀ ਨੂੰ ਰੋਂਦਿਆਂ ਵੇਖ ਕੇ ਧੀਰਜ ਦਿੱਤਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਸਮਝਾਉਂਦੇ ਹਨ, ਕਿਉਂ ਐਸੇ ਹੋਈ ਮਨ ਦੀਨਾ। ਮਹਾਰਾਜ ਕਹਿੰਦੇ, ਬੇਟੀ ਧੀਏ ਵੀਰੋ ਪੁੱਤਰ ਏਦਾਂ ਕਿਉਂ ਮਨ ਮਾਣਾ ਕਰ ਲਿਆ ਹੈ, ਕਿਉਂ ਦੀਨ ਮਨਾ ਹੋ ਕੇ ਰੋਂਦੀ ਹੈ। ਸਰਬ ਸਖਨ ਕੋ ਲਹੈ ਸਦੀਵ। ਪੁੱਤਰੀ ਤੂੰ ਸਦਾ ਹੀ ਸੁਖ ਪਾਏਂਗੀ, ਸਾਰੇ ਸੁਖ ਮਿਲਣਗੇ, ਤੈਨੂੰ ਕੋਈ ਕਮੀ ਨਹੀਂ ਆਵੇਗੀ। ਸੰਤਤ ਤੋਰ ਬੀਰ ਬੜ ਥੀਵ। ਤੇਰੇ ਬੱਚੇ ਬੜੇ ਸੂਰਮੇ ਹੋਣਗੇ, ਬੜੇ ਬਹਾਦਰ ਹੋਣਗੇ। ਤੇਰੇ ਪੁੱਤਰ ਗੁਰੂ ਘਰ ਦੇ ਜੰਗੀ ਜਰਨੈਲ ਹੋਣਗੇ। ਬੀਬੀ ਬੀਰੋ ਦੇ ਦੋ ਪੁੱਤਰ ਸੰਗੋ ਸ਼ਾਹ ਤੇ ਜੀਤਮਲ ਭੰਗਾਣੀ ਦੇ ਜੰਗ ਵਿੱਚ ਪਹਾੜੀ ਰਾਜਿਆਂ ਨਾਲ ਲੜ ਕੇ ਸ਼ਹੀਦ ਹੋਏ ਆ। ਸਾਧ ਸੰਗਤ ਜੀ, ਇਸੇ ਤਰ੍ਹਾਂ ਇਹ ਗੁਰੂ ਘਰ ਦੇ ਮਹਾਨ ਸੇਵਕ ਬੀਰੋ ਦਾ ਘਰ ਵਾਲਾ ਭਾਈ ਸਾਧੂ, ਬਾਬਾ ਸਾਧੂ, ਉਹਨੇ ਬਹੁਤ ਸਾਰੀ ਬਾਣੀ ਵੀ ਰਚੀ ਹੈ, ਛੰਦ ਵੀ ਰਚੇ ਹਨ, ਗੁਰੂ ਭਗਤੀ ਦੇ ਪਿਆਰ ਦੇ ਬਚਨ ਲਿਖੇ ਹਨ। ਹਾਂਜੀ, ਜਸ ਕੋ ਲੇਹ ਰਹਿ ਗੁਰ ਸੰਗ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਬਚਨ ਕਰਦੇ, ਵੀਰੋ ਤੇਰਾ ਪਰਿਵਾਰ ਗੁਰੂ ਘਰ ਨਾਲ ਜੁੜਿਆ ਰਹੇਗਾ ਤੇ ਬੜਾ ਜਸ ਖੱਟੇਗਾ। ਧਰੋ ਆਨੰਦ ਸ਼ੋਕ ਦੁਖ ਭੰਗ। ਤੂੰ ਮਨ ਵਿੱਚ ਸ਼ੋਕ ਦੁੱਖ ਨਹੀਂ ਰੱਖਣਾ, ਆਨੰਦ ਮੰਨਣਾ, ਖੁਸ਼ੀ ਮਨਾਣੀ ਹੈ, ਸਦਾ ਹੀ ਚੜ੍ਹਦੀ ਕਲਾ 'ਚ ਰਹਿਣਾ ਹੈ। ਤੇਰੇ ਨਾਲ ਰਵਾਂਗੇ, ਅੰਗ ਸੰਗ ਰਵਾਂਗੇ। ਬਿਧੀ ਚੰਦ ਕੋ ਸੁਤ ਮਤਵੰਤਾ। ਫਿਰ ਬਾਬਾ ਬਿਧੀ ਚੰਦ ਜੀ ਦੇ ਪੁੱਤਰ ਬਾਬਾ ਲਾਲ ਚੰਦ ਜੀ ਨੂੰ ਕੋਲ ਬੁਲਾਇਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਲਾਲ ਚੰਦ ਕੋ ਕਹਿ ਭਗਵੰਤਾ। ਮਹਾਰਾਜ ਬਾਬਾ ਲਾਲ ਚੰਦ ਜੀ ਨੂੰ, ਜੋ ਬਾਬਾ ਬਿਧੀ ਚੰਦ ਜੀ ਦੇ ਪੁੱਤਰ ਹਨ, ਸਤਿਗੁਰੂ ਛੇਵੇਂ ਪਾਤਸ਼ਾਹ ਹੁਕਮ ਦਿੰਦੇ ਹਨ। ਤੋ ਵਹਿਤ ਸੁਰ ਸਿੰਘ ਗ੍ਰਾਮ ਮਝਾਰੇ। ਮਹਾਰਾਜ ਕਹਿੰਦੇ, ਬੇਟਾ ਲਾਲ ਚੰਦ ਤੁਸੀਂ ਸੁਰ ਸਿੰਘ ਨਗਰ ਵਿੱਚ ਚਲੇ ਜਾਓ। ਸੁਰ ਸਿੰਘ ਨਗਰ ਪਿੰਡ ਦੇ ਵਿੱਚ ਭਾਗਮਲ ਸ਼ੁਭ ਸਦਨ ਸੁਧਾਰੇ। ਬਾਬਾ ਭਾਗਮਲ ਜੀ ਨੇ ਬੜੇ ਸੋਹਣੇ ਘਰ ਬਣਾਏ, ਹਵੇਲੀ ਬਣਾਈ ਹੈ, ਉਹ ਤੁਹਾਡੇ ਵਾਸਤੇ ਬਣਾਈ ਹੈ ਸੁਰ ਸਿੰਘ ਨਗਰ ਦੇ ਵਿੱਚ। ਬਾਬਾ ਭਾਗਮਲ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਚਮ ਪਾਤਸ਼ਾਹ ਨੂੰ ਸੁਰ ਸਿੰਘ ਬਹੁਤ ਸਾਰੀ ਜ਼ਮੀਨ ਅਰਦਾਸੇ ਕਰਾਈ ਕਿ ਸਤਿਗੁਰੂ ਜੀ ਇੱਥੇ ਆ ਕੇ ਆਪਣਾ ਨਿਵਾਸ ਬਣਾਓ। ਪਰ ਸਤਿਗੁਰੂ ਜੀ ਨੇ ਉਹ ਬਾਬਾ ਬਿਧੀ ਚੰਦ ਜੀ ਵੱਲ ਇਸ਼ਾਰਾ ਕਰਤਾ ਵੀ ਇਹ ਸਾਂਭਣਗੇ। ਆਪ ਤਰਨਤਾਰਨ ਸਾਹਿਬ ਆ ਡੇਰਾ ਲਾਇਆ ਸੀ। ਲੰਮੀ ਕਥਾ ਹੈ। ਸੁਰ ਸਿੰਘ ਦੇ ਲੋਕਾਂ ਨੇ ਇਤਰਾਜ਼ ਵੀ ਕੀਤਾ ਵੀ ਇੱਥੇ ਗੁਰੂ ਸਾਹਿਬ ਜੇ ਸਰੋਵਰ ਬਣਾ ਲੈਣਗੇ ਤੇ ਬਹੁਤ ਸਾਰੀਆਂ ਦੁਨੀਆ ਸੰਗਤਾਂ ਆਇਆ ਕਰਨਗੀਆਂ, ਸਾਡੇ ਖੇਤ ਉਜੜਿਆ ਕਰਨਗੇ, ਨੁਕਸਾਨ ਹੋਇਆ ਕਰੇਗਾ। ਤੇ ਉਹ ਮਹਾਰਾਜ ਇਹ ਜੋ ਤਰਨਤਾਰਨ ਸਾਹਿਬ ਵਾਲੀ ਥਾਂ ਤੇ ਆ ਗਏ ਸਨ, ਤੋ ਉਹ ਜਗ੍ਹਾ ਫਿਰ ਬਾਬਾ ਬਿਧੀ ਚੰਦ ਜੀ ਦੇ ਪਰਿਵਾਰ ਨੂੰ ਅਰਦਾਸੇ ਹੋਈ, ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਹੋਈ। ਹੁਣ ਤੱਕ ਉੱਥੇ ਬਾਬਾ ਬਿਧੀ ਚੰਦ ਜੀ ਦੀ 12ਵੀਂ ਪੀੜ੍ਹੀ ਬਾਬਾ ਅਵਤਾਰ ਸਿੰਘ ਜੀ ਮਹਾਂਪੁਰਸ਼ ਸੇਵਾ ਨਿਭਾ ਰਹੇ ਹਨ। ਸੋ ਸਾਧ ਸੰਗਤ ਜੀ, ਰਹੋ ਵਿਚਾਰ। ਗੁਰੂ ਸਾਹਿਬ ਜੀ ਕਹਿੰਦੇ, ਬਾਬਾ ਲਾਲ ਚੰਦ ਜੀ ਤੁਹਾਡੇ ਵਾਸਤੇ ਸੁਰ ਸਿੰਘ ਨਗਰ ਦੇ ਵਿੱਚ ਮੂਰਤ ਗ੍ਰੰਥ ਸੈਂਚੀਆ ਲੈ ਕੇ ਤੁਸੀਂ ਬਾਬਾ ਭਾਗਮਲ ਨੇ ਘਰ ਬਣਾਏ ਹੋਏ ਨੇ, ਉਹਨਾਂ ਘਰਾਂ 'ਚ ਜਾ ਕੇ ਰਹੋ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀਆਂ ਸੈਂਚੀਆਂ, ਜਿਹੜਾ ਸਾਧ ਸੰਗਤ ਜੀ ਬਿਲਾਵਲ ਰਾਗ ਤੱਕ ਨਿਰਪਕੰਨਿਆ ਕੇ ਕਾਰਣ ਇੱਕ ਭਇਆ ਭੇਖ ਧਾਰੀ, ਇਸ ਸ਼ਬਦ ਤੱਕ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬਾਬਾ ਬਿਧੀ ਚੰਦ ਦੇ ਆਪਣੇ ਹੱਥ ਦਾ ਲਿਖਿਆ ਹੋਇਆ ਹੈ। ਮਹਾਰਾਜ ਦਾ ਇਹ ਸਰੂਪ ਅਜੇ ਤੱਕ ਉੱਥੇ ਮੌਜੂਦ ਹੈ। ਬਾਬਾ ਜੀ ਅਵਤਾਰ ਸਿੰਘ ਜੀ ਦਰਸ਼ਨ ਕਰਾਉਂਦੇ ਹੁੰਦੇ, ਨਾਲ ਕੁਝ ਸ਼ਸਤਰ ਵਸਤਰ ਵੀ ਬਖਸ਼ੇ ਸਨ। ਜਿਹੜੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਤਸਵੀਰਾਂ ਸਨ,
ਗੁਰੂ ਪਰਿਵਾਰ ਦੀਆਂ ਤਸਵੀਰਾਂ ਸਨ, ਉਹ ਵੀ ਦਿੱਤੀਆਂ ਸਨ ਵੀ ਲੈ ਜਾਓ। ਹਾਂਜੀ, ਤਹ ਮਾਤਾ ਜੁਤ ਰਹੋ ਸੁਖ ਪੈ ਕੈ। ਮਹਾਰਾਜ ਕਹਿੰਦੇ ਲਾਲ ਚੰਦ ਆਪਣੀ ਮਾਤਾ ਸਮੇਤ ਉੱਥੇ ਜਾ ਕੇ ਰਹੋ ਸੁਰ ਸਿੰਘ ਨਗਰ ਦੇ ਵਿੱਚ। ਪਰਮਾਨੰਦ ਸੁੰਦਰ ਸੋ ਕਹਿਓ। ਤੇ ਬਾਬਾ ਪਰਮਾਨੰਦ ਜੀ ਤੇ ਬਾਬਾ ਸੁੰਦਰ ਜੀ ਜੋ ਗੋਇੰਦਵਾਲ ਸਾਹਿਬ ਤੋਂ ਆਏ ਸਨ, ਗੁਰੂ ਅਮਰਦਾਸ ਜੀ ਦੇ ਪੜ ਪੋਤਰੇ, ਉਹਨਾਂ ਨੂੰ ਮਹਾਰਾਜ ਛੇਵੇਂ ਪਾਤਸ਼ਾਹ ਨੇ ਕਿਹਾ ਹੈ, ਸਦਨ ਬਸਹੋ ਨਿਜ ਸਭ ਸੁਖ ਲਹਿਓ। ਬਾਬਾ ਜੀ ਤੁਸੀਂ ਆਪਣੇ ਨਗਰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਰਹਿਣਾ ਹੈ। ਚੁਬਾਰਾ ਸਾਹਿਬ ਦੀ, ਬੌਲੀ ਸਾਹਿਬ ਦੀ ਸੇਵਾ ਸੰਭਾਲ ਕਰੋ। ਉੱਥੇ ਸੰਗਤਾਂ ਨੂੰ ਨਾਮ ਬਾਣੀ ਨਾਲ, ਸੇਵਾ ਸਿਮਰਨ ਨਾਲ ਜੋੜੋ, ਲੰਗਰ ਚਲਾਓ, ਸਭ ਤਰ੍ਹਾਂ ਦੇ ਸੁੱਖ ਤੁਹਾਨੂੰ ਮਿਲਣਗੇ। ਸ੍ਰੀ ਗੁਰ ਅਮਰ ਅੰਸ ਬੜ ਭਾਗੀ। ਗੁਰੂ ਅਮਰਦਾਸ ਮਹਾਰਾਜ ਦੀ ਅੰਸ ਬੰਸ ਵੱਡੇ ਭਾਗਾਂ ਵਾਲੀ ਹੈ। ਅਪਰਛਟ ਹੈ ਤੁਮਰੇ ਸੰਗ ਲਾਗੀ। ਹਾਂ, ਜਿਹੜੇ ਦੂਸਰੇ ਵੀ ਤੁਹਾਡਾ ਸੰਗ ਕਰਨਗੇ ਉਹ ਵੀ ਤਰ ਜਾਣਗੇ, ਉਹ ਵੀ ਛੁੱਟ ਜਾਣਗੇ 84 ਤੋਂ। ਬਹਰ ਨਾਨਕੀ ਦਿਸ਼ ਕੋ ਦੇਖ। ਫਿਰ ਬੇਬੇ ਮਾਤਾ ਨਾਨਕੀ ਜੀ, ਮਾਤਾ ਨਾਨਕੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ, ਗੁਰੂ ਤੇਗ ਬਹਾਦਰ ਸਾਹਿਬ ਦੀ ਮਾਤਾ, ਉਹਨਾਂ ਵੱਲ ਮਹਾਰਾਜ ਛੇਵੇਂ ਪਾਤਸ਼ਾਹ ਨੇ ਦੇਖਿਆ ਹੈ। ਕਰਿਓ ਹੁਕਮ ਬਿਦ ਸਕਲ ਪਰੇਖ। ਸਾਰੀ ਗੱਲ ਨੂੰ ਆਉਣ ਵਾਲੇ ਸਮੇਂ ਦੀ ਨੂੰ ਵਿਚਾਰ ਕੇ ਗੁਰੂ ਸਾਹਿਬ ਜੀ ਨੇ ਹੁਕਮ ਦਿੱਤਾ ਹੈ। ਹਮਰੀ ਜਨਨੀ ਕੇ ਰਸਥਾਨ। ਮਹਾਰਾਜ ਕਹਿੰਦੇ ਨਾਨਕੀ ਜੀ, ਸਾਡੀ ਮਾਤਾ ਦਾ, ਮਾਤਾ ਗੰਗਾ ਦਾ ਸਥਾਨ ਹੈ। ਮਾਤਾ ਗੰਗਾ ਜੀ ਨੇ ਜਿੱਥੇ ਆਪਣਾ 5 ਭੂਤਕ ਚੋਲਾ ਛੱਡਿਆ ਹੈ, ਨਾਮ ਬਕਾਲਾ ਗ੍ਰਾਮ ਸੋ ਜਾਨ। ਉਹ ਪਿੰਡ ਦਾ ਨਾਮ ਬਾਬਾ ਬਕਾਲਾ ਹੈ। ਬਕਾਲਾ ਪਿੰਡ ਦੇ ਵਿੱਚ ਮਾਤਾ ਗੰਗਾ ਜੀ ਜਦੋਂ ਆਏ ਸਨ, ਭਾਈ ਮਿਹਰ ਚੰਦ ਜੀ ਦੀ ਬੇਨਤੀ ਮੰਨ ਕਰਕੇ, ਤੇ ਮਾਤਾ ਜੀ ਸਮੇਤ ਛੇਵੇਂ ਪਾਤਸ਼ਾਹ ਇੱਥੇ ਆਏ ਸਨ। ਪਰ ਇੱਥੇ ਆ ਕੇ ਮਾਤਾ ਜੀ ਚੋਲਾ ਛੱਡ ਗਏ ਤੇ ਸਤਿਗੁਰੂ ਜੀ ਨੇ ਆਪਣੇ ਹੱਥੀਂ ਆਪਣੀ ਮਾਤਾ ਦਾ ਸੰਸਕਾਰ ਬਕਾਲੇ ਪਿੰਡ 'ਚ ਕੀਤਾ। ਬਹੁਤ ਸੁੰਦਰ ਗੁਰਦੁਆਰਾ ਬਾਬਾ ਬਿਸ਼ਨ ਸਿੰਘ ਜੀ, ਮਹਾਂਪੁਰਸ਼ ਨਿਹੰਗ ਸਿੰਘ ਜੀ, ਜਿਨ੍ਹਾਂ ਨੇ ਬਾਬੇ ਬਕਾਲੇ ਸਾਹਿਬ ਲਗਭਗ 70-80 ਸਾਲ, 100 ਸਾਲ ਤੋਂ ਉੱਤੇ ਮਹਾਂਪੁਰਸ਼ਾਂ ਦੀ ਉਮਰ ਹੋਈ ਹੈ। ਉੱਥੇ ਮਹਾਂਪੁਰਸ਼ਾਂ ਨੇ ਗੁਰਦੁਆਰਿਆਂ ਦੀ, ਸਰੋਵਰਾਂ ਦੀ ਬੜੀ ਵੱਡੀ ਸੇਵਾ ਕਰਾਈ ਹੈ। ਸੋ ਉਹ ਅਸਥਾਨ ਬਹੁਤ ਸੁੰਦਰ, ਸੋਨੇ ਦੇ ਗੁੰਬਜ ਵਾਲਾ। ਜਦੋਂ ਆਪਾਂ ਸਾਧ ਸੰਗਤ ਜੀ ਵੱਡੇ ਰੋਡ, GT ਰੋਡ ਤੋਂ ਬਕਾਲੇ ਨੂੰ, ਬਟਾਲੇ ਨੂੰ, ਮਹਿਤੇ ਨੂੰ ਜਾਂਦੇ ਹਾਂ, ਤਾਂ ਖੱਬੇ ਪਾਸੇ ਜਿੱਥੇ ਭੌਰਾ ਸਾਹਿਬ ਦੇ ਦਰਸ਼ਨ ਹੁੰਦੇ, ਉਸ ਤੋਂ ਥੋੜ੍ਹਾ ਜਿਹਾ ਅੱਗੇ ਜਾਈਏ, ਰੋਡ ਦੇ ਉੱਤੇ ਐਨ ਮਾਤਾ ਗੰਗਾ ਜੀ ਦਾ ਅੰਗੀਠਾ ਸਾਹਿਬ ਹੈ। ਸੋ ਗੁਰੂ ਸਾਹਿਬ ਜੀ ਕਹਿੰਦੇ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਆਪਣੀ ਧਰਮ ਪਤਨੀ ਮਾਤਾ ਨਾਨਕੀ ਜੀ ਨੂੰ ਕਿ ਤੁਸੀਂ ਉੱਥੇ ਬਕਾਲੇ ਜਾ ਕੇ ਰਹੋ, ਮਾਤਾ ਗੰਗਾ ਜੀ ਦੇ ਸਥਾਨ ਦੀ ਸੇਵਾ ਕਰੋ। ਤਹਾਂ ਬਾਸ ਅਬ ਕਰੋ ਸੁਖਾਰੇ। ਤੁਸੀਂ ਬਕਾਲੇ ਨਗਰ 'ਚ ਜਾ ਕੇ ਆਰਾਮ ਨਾਲ, ਸੁੱਖ ਨਾਲ ਵਾਸਾ ਕਰੋ। ਸਮਾ ਉਡੀਕੋ ਜਥਾ ਉਚਾਰੇ। ਔਰ ਸਮੇਂ ਦੀ ਉਡੀਕ ਕਰੋ, ਜਿਵੇਂ ਅਸੀਂ ਤੁਹਾਨੂੰ ਦੱਸਿਆ ਹੈ। ਗੱਦੀ ਗੁਰੂ ਤੇਗ ਬਹਾਦਰ ਸਾਹਿਬ ਕੋਲ ਆਉਣੀ ਹੈ, ਪਰ ਸਮੇਂ ਤੋਂ ਪਹਿਲਾਂ ਨਹੀਂ, ਉਡੀਕ ਕਰਨੀ ਪਏਗੀ। ਜਦੋਂ ਸਮਾਂ ਆਵੇਗਾ ਉਦੋਂ ਤੁਹਾਡੇ ਸੁਪੁੱਤਰ ਨੂੰ ਗੱਦੀ ਮਿਲੇਗੀ। ਸੁਤ ਕੋ ਸੁਤ ਪ੍ਰਤਾਪ ਜਤ ਦੇਖ। ਔਰ ਤੁਹਾਡੇ ਪੋਤਰੇ ਦਾ ਬੜਾ ਪ੍ਰਤਾਪ ਹੋਵੇਗਾ। 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲ ਇਸ਼ਾਰਾ ਕਰ ਰਹੇ ਨੇ ਛੇਵੇਂ ਪਾਤਸ਼ਾਹ ਜੀ। ਕਹਿੰਦੇ ਸਾਡਾ ਪੋਤਰਾ, ਤੁਹਾਡਾ ਪੋਤਰਾ ਤੇਗ ਬਹਾਦਰ ਦਾ ਪੁੱਤਰ ਬੜਾ ਪ੍ਰਤਾਪੀ ਯੋਧਾ ਹੋਵੇਗਾ। ਤਬ ਸਰੀਰ ਕੀ ਬੈਸ ਅਭਿਸ਼ੇਖ। ਹੇ ਨਾਨਕੀ, ਤੇਰੇ ਸਰੀਰ ਦੀ ਉਮਰ ਬਹੁਤ ਹੋਣੀ ਹੈ। ਮਾਤਾ ਜੀ 1682 ਤੱਕ ਰਹੇ ਨੇ। 80-82 ਸਾਲ ਤੋਂ ਉੱਪਰ ਉਮਰ ਹੋਈ ਹੈ ਮਾਤਾ ਨਾਨਕੀ ਜੀ ਦੀ। ਸੋ ਕਹਿੰਦੇ ਮਹਾਰਾਜ ਛੇਵੇਂ ਪਾਤਸ਼ਾਹ ਕਹਿੰਦੇ ਵੀ ਤੇਰੀ ਉਮਰ ਅਜੇ ਬਹੁਤ ਰਹਿੰਦੀ ਹੈ। ਅਨੇਕ ਰੰਗ ਕੋ ਸਮਾਨੇ ਹਰ ਕੈ। ਤੂੰ ਅਨੇਕਾਂ ਸਮੇਂ ਵੇਖਣੇ ਨੇ, ਕਈ ਜ਼ਿੰਦਗੀ ਦੇ ਉਤਰਾਅ ਚੜ੍ਹਾਅ ਤੇਰੇ ਸਾਹਮਣੇ ਹੋਣੇ ਨੇ। ਉਸ ਤੋਂ ਬਾਅਦ ਪੋਤਰੇ ਦਾ ਪ੍ਰਤਾਪ ਵੀ ਦੇਖਣਾ ਹੈ। ਪਨ ਆਵਹੁ ਤਨ ਤਿਆਗਨ ਕਰਕੈ। ਫਿਰ ਇਹ ਚੋਲਾ ਤਿਆਗ ਕੇ ਤੂੰ ਸਾਡੇ ਕੋਲ ਸੱਚਖੰਡ 'ਚ ਆ ਜਾਵੇਂਗੀ। ਤਬ ਸੂਰਜ ਮਲ ਦ੍ਰਿਗ ਜਲ ਸ਼ੋਰਾ। ਜਦੋਂ ਇਹ ਬਚਨ ਮਹਾਰਾਜ ਮਾਤਾ ਨਾਨਕੀ ਜੀ ਨੂੰ ਕਹਿ ਰਹੇ ਸਨ ਤੇ ਸਤਿਗੁਰਾਂ ਦੇ ਕੋਲ ਬੈਠਾ ਹੋਇਆ
ਵੱਡਾ ਪੁੱਤਰ ਬਾਬਾ ਸੂਰਜਮਲ ਰੋਣ ਲੱਗ ਪਿਆ। ਉਹਦੀਆਂ ਅੱਖਾਂ ਵਿੱਚੋਂ ਹੰਝੂ ਪਰਲ ਪਰਲ ਵਗਣ ਲੱਗੇ ਹਨ। ਹਾਥ ਜੋੜ ਬੋਲਿਓ ਗੁਰ ਔਰ, ਤੇ ਹੱਥ ਜੋੜ ਕੇ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਬਾਬਾ ਸੂਰਜਮਲ ਜੀ ਪੁੱਛਦੇ ਹਨ, ਮੁਝ ਪ੍ਰਤ ਹੁਕਮ ਕਰੋ ਜਿਮ ਰਹੋ। ਹੇ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ, ਮੇਰੇ ਵਾਸਤੇ ਕੀ ਹੁਕਮ ਹੈ? ਮੈਂ ਕਿਵੇਂ ਰਹਿਣਾ ਹੈ? ਕਿਹ ਠਾਂ ਜਾਏ ਬਾਸ ਕੋ ਲਹੋ। ਮੈਂ ਇੱਥੇ ਕੀਰਤਪੁਰ ਵਿੱਚ ਰਹਿਣਾ ਹੈ ਜਾਂ ਕਿਸੇ ਹੋਰ ਸ਼ਹਿਰ ਨਗਰ 'ਚ ਜਾ ਕੇ ਵਾਸਾ ਕਰਾਂ? ਸ਼੍ਰੀ ਹਰਿ ਰਾਏ ਸਮੀਪੀ ਹੋਏ, ਮੈਂ ਸ੍ਰੀ ਹਰਿ ਰਾਏ ਜੀ ਦੇ ਗੁਰੂ ਮਹਾਰਾਜ ਸਤਵੇਂ ਪਾਤਸ਼ਾਹ ਦੇ ਕੋਲ ਰਹਿਣਾ ਹੈ, ਕਿਦੋ ਅਪਰ ਹੀ ਆਗਿਆ ਮੋਹੇ। ਜਾਂ ਮੈਨੂੰ ਕਿਤੇ ਹੋਰ ਜਾਣ ਦੀ ਆਗਿਆ ਦਿਓਗੇ? ਸੁਨ ਸਤ ਗੁਰ ਸਤ ਕੀ ਦਿਸ਼ ਹੇਰੇ, ਮਹਾਰਾਜ ਆਪਣੇ ਪੁੱਤਰ ਸੂਰਜਮਲ ਦੇ ਬਚਨ ਸੁਣ ਕੇ ਉਹਦੇ ਵੱਲ ਵੇਖਿਆ। ਕਹਿਓ ਕਿ ਜਥਾ ਭਾਉ ਔਰ ਤੇਰੇ। ਮਹਾਰਾਜ ਕਹਿੰਦੇ, ਪੁੱਤਰ ਸੂਰਜਮਲ ਜਿਵੇਂ ਤੁਹਾਡੀ ਮਰਜ਼ੀ ਹੋਵੇ, ਜਿਹੋ ਜੀ ਤੁਹਾਡੀ ਭਾਵਨਾ ਹੋਵੇ, ਤਥਾ ਕਰੋ ਬੜ ਬੰਸ ਬਦੈ ਹੈ। ਉਵੇਂ ਕਰ ਲਓ। ਇੱਥੇ ਰਹਿਣਾ ਜੀ ਸਦਕੇ ਇੱਥੇ ਰਵੋ, ਜੇ ਕਿਸੇ ਹੋਰ ਨਗਰ 'ਚ ਜਾਣਾ ਚਾਹੁੰਦੇ ਉੱਥੇ ਭੇਜ ਦਿੰਦੇ ਆ। ਤੁਹਾਡਾ ਵੰਸ਼ ਬੜਾ ਵਧੇਗਾ, ਤੁਹਾਡੀ ਕੁੱਲ ਚੱਲੇਗੀ, ਫਿਰਤ ਕਿਰਤ ਗੁਰ ਤਾ ਕੋ ਪੈ ਹੈ। ਔਰ ਫਿਰ ਘਿਰ ਕੇ ਤੁਹਾਡੀ ਵਡਿਆਈ ਗੁਰੂਆਂ ਵਾਲੀ ਹੋਵੇਗੀ। ਭਾਵੇਂ ਸਾਧ ਸੰਗਤ ਜੀ ਦਸਾਂ ਪਾਤਸ਼ਾਹੀਆਂ ਵਾਲੀ ਗੱਦੀ ਤਾਂ ਇਹਨਾਂ ਨੂੰ ਨਹੀਂ ਮਿਲ ਸਕੀ, ਪਰ ਆਨੰਦਪੁਰ ਵਾਲੇ ਸੋਢੀ ਗੁਰੂ ਕਹੇ ਜਾਂਦੇ ਸਨ। ਗੁਰੂ ਦੇ ਅੰਸ਼ ਬੰਸ ਜੋ ਹੋਏ, ਗੁਰੂ ਦੇ ਪੁੱਤਰ ਜੋ ਹੋਏ, ਤੋ ਇਸ ਕਰਕੇ ਮਹਾਰਾਜ ਕਹਿੰਦੇ ਤੁਹਾਡੀ ਮਾਨਤਾ ਸੰਗਤ ਵਿੱਚ ਸੋਢੀ ਕੁੱਲ ਦੇ ਹੋਣ ਕਰਕੇ ਗੁਰੂਆਂ ਵਾਲੀ ਹੋਵੇਗੀ। ਸਿੱਖ ਸੰਗਤ ਮਹਿ ਤੁਮਰੋ ਬੰਸ, ਤੁਹਾਡਾ ਬੰਸ, ਤੁਹਾਡਾ ਪਰਿਵਾਰ ਸੂਰਜਮਲ ਸੰਗਤਾਂ ਵਿੱਚ ਪੂਜਿਆ ਜਾਏਗਾ। ਹੋਏ ਪੂਜ ਸਭ ਕੇ ਅਵਤੰਸ਼, ਬਹੁਤ ਸਤਿਕਾਰਯੋਗ ਹੋਣਗੇ। ਆਨੰਦਪੁਰ ਸਾਹਿਬ ਵਾਲੇ ਸੋਢੀ ਵੱਜਿਆ ਕਰਨਗੇ। ਅਣੀ ਰਾਏ ਰਹਿ ਮਸਤ ਨ ਬੋਲੇ, ਬਾਬਾ ਅਣੀ ਰਾਏ ਜੀ ਮਸਤ ਸੁਭਾਅ ਦੇ ਸਨ, ਉਹ ਬੈਠੇ ਰਹੇ, ਬੋਲੇ ਹੀ ਨਹੀਂ। ਬ੍ਰਹਮ ਗਿਆਨ ਮਹਿ ਬਿਤੀ ਅਡੋਲੇ, ਬਾਬਾ ਅਣੀ ਰਾਏ ਜੀ ਦੀ ਬਿਰਤੀ ਬ੍ਰਹਮ ਗਿਆਨ ਵਿੱਚ ਅਡੋਲ ਸੀ। ਤਿਮ ਸ਼੍ਰੀ ਤੇਗ ਬਹਾਦਰ ਦੋਏ, ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਹ ਵੀ ਨਹੀਂ ਬੋਲੇ। ਹਾਥ ਜੋਏ ਨਿਮਰੀ ਸਿਰ ਹੋਏ, ਉਹ ਵੀ ਹੱਥ ਜੋੜ ਕੇ ਸਿਰ ਨੀਵਾਂ ਕਰਕੇ ਪਿਤਾ ਜੀ ਦੇ ਚਰਨਾਂ 'ਚ ਬੈਠੇ ਰਹੇ। ਪੁਨ ਸੰਗਤ ਅਰ ਬ੍ਰਿੰਦ ਮਸੰਦ, ਫਿਰ ਸਾਰੀਆਂ ਸੰਗਤਾਂ ਤੇ ਸਾਰੇ ਮਸੰਦ, ਸ਼੍ਰੀ ਹਰਿ ਗੋਬਿੰਦ ਕਹਿਓ ਬਿਲੰਦ। ਸਾਰਿਆਂ ਨੂੰ ਛੇਵੇਂ ਪਾਤਸ਼ਾਹ ਨੇ ਕਿਹਾ, ਮਮ ਸਰੂਪ ਅਬ ਸ਼੍ਰੀ ਹਰਿ ਰਾਏ, ਮੇਰਾ ਸਰੂਪ ਹੁਣ ਗੁਰੂ ਹਰਿ ਰਾਏ ਸਾਹਿਬ ਨੂੰ ਜਾਣਨਾ। ਮਮ ਸਮਾਨ ਹੋਏ ਮੋਦ ਉਪਾਏ, ਮੇਰੇ ਤਰ੍ਹਾਂ ਇਹਨਾਂ ਦੇ ਦਰਸ਼ਨ ਕਰਨੇ ਹੈ, ਇਹਨਾਂ ਦੇ ਵਿੱਚੋਂ ਹੀ ਗੁਰੂ ਨੂੰ ਲੱਭਣਾ ਹੈ। ਇਹ ਸਭ ਹਨ ਕੋ ਲੇਹ ਸੰਭਾਰ, ਇਹ ਹਰਿ ਰਾਏ ਸਾਹਿਬ ਸੰਗਤ ਦਾ ਬੇੜਾ ਬੰਨੇ ਲਾਣਗੇ, ਇਹ ਸਭ ਨੂੰ ਸੰਭਾਲਣਗੇ, ਕਰਹਿ ਉਤਾਰਨ ਭਵ ਜਲ ਪਾਰ। ਭਾਵ ਸਾਗਰ ਤੋਂ ਪਾਰ ਲੰਘਾਣਗੇ। ਸ਼ਰਧਾ ਤਰਹਿ ਕਾਮ ਨਾ ਪਾਵੈ, ਜਿਹੜਾ ਇਹਨਾਂ ਤੇ ਸ਼ਰਧਾ ਰੱਖੇਗਾ ਉਹਦੀ ਮਨੋ ਕਾਮਨਾ ਪੂਰੀ ਹੋਵੇਗੀ। ਜੋ ਤਰਕਹਿ ਸਭ ਆਪਨ ਗਵਾਵੈ, ਜਿਹੜਾ ਇਹਨਾਂ ਤੇ ਸ਼ੰਕਾ ਕਰੇਗਾ ਉਹ ਆਪਣਾ ਸਾਰਾ ਕੁਝ ਗਵਾ ਲਵੇਗਾ। ਲੋਕ ਪਰਲੋਕ ਦੁਖੀ ਸੋ ਰਹੈ, ਉਹ ਲੋਕ ਵਿੱਚ ਤੇ ਪਰਲੋਕ ਵਿੱਚ ਦੁਖੀ ਰਵੇਗਾ। ਸੁਖ ਕੋ ਲੇਸ਼ ਮਾਤਰ ਨਹਿ ਲਹੈ, ਲੇਸ ਮਾਤਰ ਵੀ ਉਸ ਨੂੰ ਸੁਖ ਦੀ ਪ੍ਰਾਪਤੀ ਨਹੀਂ ਹੋਵੇਗੀ। ਸਭ ਸੁਨ ਕਰਤਬ ਗਰੀਬ ਨਿਵਾਈ, ਇਹ ਸੁਣ ਕੇ ਸਾਰਿਆਂ ਨੇ ਸਿਰ ਝੁਕਾ ਦਿੱਤਾ। ਆਪ ਜਥਾ ਆਇਸ ਫਰਮਾਈ, ਇਹ ਸੱਚੇ ਪਾਤਸ਼ਾਹ ਜਿਵੇਂ ਆਪ ਜੀ ਆਗਿਆ ਕਰਦੇ ਹੋ, ਸੋ ਸਭ ਕੇ ਸਿਰ ਪਰ ਹਿਤਵਾਰੀ। ਉਹ ਸਭ ਦੇ ਸਿਰ ਮੱਥੇ ਤੇ ਪ੍ਰਵਾਨ ਹੈ। ਮਨ ਹੈ ਸਾਦਰ ਆਨੰਦ ਧਾਰੀ, ਸਾਰੇ ਆਪ ਜੀ ਦੀ ਆਗਿਆ ਆਨੰਦ ਸਹਿਤ ਮੰਨਣਗੇ। ਜਿਮ ਸ਼੍ਰੀ ਅਰਜਨ ਤੇ ਤੁਮ ਲਖੈ, ਜਿਵੇਂ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਤੁਹਾਨੂੰ ਅਸੀਂ ਉਹਨਾਂ ਦਾ ਹੀ ਰੂਪ ਸਮਝਦੇ ਰਹੇ ਹਾਂ, ਤਿਮ ਤੁਮ ਤੇ ਇਨ ਸਭ ਕੋ ਪਿਖੈ। ਇਵੇਂ ਮਹਾਰਾਜ ਤੁਹਾਡੇ ਤੋਂ ਬਾਅਦ ਸਤਵੇਂ ਪਾਤਸ਼ਾਹ ਨੂੰ ਤੁਹਾਡਾ ਰੂਪ ਸਮਝਾਂਗੇ। ਸਪਤਮ ਗੁਰ ਸਰੂਪ ਇਹੋ ਹੋਏ, ਇਹ ਸਾਡੇ ਸਤਵੇਂ ਨਾਨਕ ਹਨ, ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਬੈਠੇ ਹਨ। ਗੁਰਤਾ ਦਈ ਤਬ ਹੈ ਤੇ ਜੋਏ, ਜਦੋਂ ਤੋਂ ਆਪ ਜੀ ਨੇ ਗੁਰਿਆਈ ਦਿੱਤੀ ਅਸੀਂ ਉਸੇ ਭਾਵਨਾ ਨਾਲ ਦੇਖ ਰਹੇ ਹਾਂ। ਜਿਸ ਥਰ ਦਿਪ ਹੈ ਆਪ ਕੀ ਜੋਤ, ਜਿੱਥੇ ਆਪ ਜੀ ਦੀ ਜੋਤ ਜਗਦੀ ਹੋਵੇਗੀ, ਤੇਜ ਪ੍ਰਤਾਪ ਉਦਾਰ ਉਦੋਤ। ਉਥੇ ਤੇਜ ਪ੍ਰਤਾਪ ਤਾਂ ਹੋਣਾ ਹੀ ਹੋਣਾ ਹੈ ਮਹਾਰਾਜ। ਸੋ ਆਪ ਜੀ ਦੇ ਜੋਤ ਸਰੂਪੀ ਪੋਤਰੇ ਨੂੰ
ਅਸੀਂ ਸਦਾ ਹੀ ਮੱਥਾ ਟੇਕਾਂਗੇ। ਬ੍ਰਿੰਦ ਮਸੰਦ ਬਿਲੰਦ ਬਖਾਨੀ, ਇਹ ਗੱਲ ਸਾਰਿਆਂ ਵੱਡਿਆਂ ਛੋਟਿਆਂ ਮਸੰਦਾਂ ਨੇ ਕਹੀ ਹੈ। ਸਭ ਸੰਗਤ ਬੋਲੀ ਤਬ ਬਾਣੀ, ਸੰਗਤ ਵੀ ਸਾਰੀ ਏਦਾਂ ਬੋਲੀ ਹੈ। ਸਿੱਖਿਅਨ ਕੋ ਕਰਤੱਬ ਜੋ ਸਾਰ, ਮਹਾਰਾਜ ਜੋ ਸਿੱਖਾਂ ਦੇ ਕਰਤੱਵ ਹਨ, ਸਿੱਖਾਂ ਨੂੰ ਕਰਨਾ ਚਾਹੀਦਾ ਹੈ, ਸ਼੍ਰੀ ਮੁਖ ਤੇ ਅਬ ਕਰੋ ਉਚਾਰ। ਉਹ ਸਾਨੂੰ ਦੱਸ ਦਿਓ ਵੀ ਅਸੀਂ ਗੁਰੂ ਕੇ ਸਿੱਖਾਂ ਨੇ ਕੀ ਕਰਨਾ ਹੈ। ਹੁਣ ਮਹਾਰਾਜ ਸਿੱਖਾਂ ਨੂੰ ਉਪਦੇਸ਼ ਦੇਣਗੇ, ਉਸ ਤੋਂ ਬਾਅਦ ਜੋਤੀ ਜੋਤ ਸਮਾਉਣ ਦਾ ਕੌਤਕ ਰਚਣਗੇ। ਇਹ ਕਥਾ ਅਗਲੇ ਦਿਨਾਂ ਵਿੱਚ ਆਪਾਂ ਸਾਧ ਸੰਗਤ ਜੀ ਸਰਵਣ ਕਰਨੀ ਹੈ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਬਿੰਦ।